ਅੱਜ ਦੀ ਗੱਲਬਾਤ ਦਾ ਦੌਰ ਸ਼ੁਰੂ ਕਰਨ ਲੱਗੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਮਹਿਮਾਨ ਕਵਰ ਮੰਜ਼ਿਲ ਜੀ ਤੇ ਨਾਲ ਅੰਦਰ ਮਿੱਤਰੋ ਜੀ। ਅੱਜ ਦੀ ਗੱਲਬਾਤ ਦਾ ਦੌਰ ਸ਼ੁਰੂ ਕਰਨ ਲੱਗੇ ਹਾਂ ਤੇ ਬਾਕੀ ਗੱਲਾਂ ਕਰਨ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਅਸੀਂ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ। ਕਹਿੰਦੇ ਸੁਰਾਂ ਦੇ ਬਾਦਸ਼ਾਹ ਅਖਵਾਉਂਦੇ ਨੇ ਸੁਰਾਂ ਦਾ ਛਿੰਦਾ, ਉਹ ਸਾਡੇ ਜੋ ਰਵਾਨਾ ਹੋ ਗਏ ਨੇ, ਜਿਹੜੇ ਸਾਡੀ ਉਮਰ ਦੇ ਜਾਂ ਜਿਹੜੇ 25-30 ਸਾਲ 40 ਸਾਲ ਪੁਰਾਣੇ ਜਿਹੜੇ ਸੰਸਾਰ 'ਚ ਆਏ ਹੋਏ ਲੋਕ ਨੇ, ਉਹਨਾਂ ਨੂੰ ਇਸ ਗੱਲ ਦਾ ਜਿਹੜਾ ਉਹ ਪਤਾ ਆ, ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਗਾਣੇ ਹੁੰਦੇ ਸੀ। ਕਦੀ ਸਮਾਂ ਆਇਆ ਸੀ ਜਿਸ ਵਕਤ ਕੁਲਦੀਪ ਮਾਨ ਹੋਣਾ ਨੇ, ਕੁਲਦੀਪ ਮਾਨਕ ਜੀ ਦਾ ਇੱਕ ਆਇਆ ਸੀ ਟਰੱਕਾਂ ਵਾਲਿਆਂ ਦੇ ਗੀਤ। ਉਸ ਤੋਂ ਬਾਅਦ ਵਿੱਚ ਉਹ ਫਿਲਮ ਦੇ ਵਿੱਚ ਸੈਦਾ ਜੋਗਣ ਦੇ ਵਿੱਚ ਸ਼ਾਇਦ ਪੁੱਤ ਜੱਟਾਂ ਦੇ ਵਿੱਚ ਵੀ ਇਸ ਤਰ੍ਹਾਂ ਕਈ ਫਿਲਮਾਂ ਦੇ ਵਿੱਚ ਜਿਹੜੇ ਉਹਨਾਂ ਦੇ ਗੀਤ ਆਏ ਨੇ। ਤੇ ਉਸ ਤੋਂ ਬਾਅਦ ਜਿਹੜਾ ਗੀਤ ਸੁਰਿੰਦਰ ਸ਼ਿੰਦਾ ਦਾ ਹੋਣਾ ਦਾ ਵੀ ਆਇਆ ਸੀਗਾ, ਉਹ ਟਰੱਕਾਂ ਵਾਲਿਆਂ ਤੇ ਸੀਗਾ। ਉਹ ਕਹਿੰਦੇ ਸੀਗੇ ਕਿ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ। ਤੇ ਦੂਜੇ ਪਾਸੇ ਉਸ ਤੋਂ ਬਾਅਦ ਜਦੋਂ ਗੱਲ ਦੌਰ ਸ਼ੁਰੂ ਹੁੰਦਾ ਆ ਓਪੇਰਾ ਦਾ, ਤੇ ਕੁਲਦੀਪ ਮਾਨਕ ਹੋਣੀ ਜੇ ਕਿਤੇ ਓਪੇਰਾ ਕਰਦੇ ਨਜ਼ਰ ਆਏ ਨੇ ਧਾਰਮਿਕ ਤੇ ਹੋਰ, ਤੇ ਜੱਟ ਜਿਉਣਾ ਮੋੜ ਜਿਹੜਾ ਇਹ ਓਪੇਰਾ ਜਿਹੜਾ ਇਹ ਸੁਰਿੰਦਰ ਸ਼ਿੰਦਾ ਹੋਣੀ ਵੀ ਕੱਢਿਆ ਸੀਗਾ ਤੇ ਬੜਾ ਚਰਚਿਤ ਰਿਹਾ ਸੀ। ਇਸ ਤੋਂ ਇਲਾਵਾ ਹੋਰ ਗਾਹੇ ਬਗਾਹੇ ਉਹਨਾਂ ਦੇ ਬੜੇ ਜਿਹੜੇ ਚਰਚਿਤ ਗੀਤ ਆਉਂਦੇ ਰਹੇ ਆ। ਕਦੀ ਉਹ ਡਿਊਟ ਗੀਤ ਵੀ ਗਾਉਂਦੇ ਨਜ਼ਰ ਆਉਂਦੇ ਸੀ ਤੇ ਕਦੇ ਸੋਲੋ ਗੀਤ ਵੀ ਗਾਉਂਦੇ ਨਜ਼ਰ ਆਉਂਦੇ ਸੀ। ਤੇ ਸੁਰਿੰਦਰ ਸ਼ਿੰਦਾ ਜੀ ਜਿਹੜੇ ਆ ਉਹ ਸਾਨੂੰ ਅਲਵਿਦਾ ਆਖ ਚੁੱਕੇ ਨੇ ਤੇ ਅਸੀਂ ਚਾਹੁੰਦੇ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਉੱਤੇ ਜਿਹੜਾ ਗੱਲਬਾਤ ਦਾ ਦੌਰ ਜਿਹੜਾ ਉਹਨਾਂ ਰਾਹੀਂ ਸ਼ੁਰੂ ਕਰਦੇ ਆ। ਕਵਰ ਮੰਜ਼ਿਲ ਜੀ, ਕੀ ਕਹਿਣਾ ਚਾਹੋਗੇ ਸ਼ਿੰਦਾ ਜੀ ਬਾਰੇ? ਸੰਧੂ ਸਾਹਿਬ, ਅੱਜ ਪੰਜਾਬੀ ਗਾਇਕੀ ਦਾ ਇੱਕ ਬਹੁਤ ਵੱਡਾ ਸੂਰਜ ਅਸਤ ਹੋ ਗਿਆ। ਮੈਂ ਇਹ ਗੱਲ ਕਹਿਣਾ ਕੋਈ ਗੈਰ ਕਥਨੀ ਨਹੀਂ ਹੋਏਗੀ, ਅਤ ਕਥਨੀ ਨਹੀਂ ਹੋਏਗੀ, ਕਿਉਂਕਿ ਪੰਜਾਬੀ ਗਾਇਕੀ ਦੇ ਵਿੱਚ ਸੁਰਿੰਦਰ ਸ਼ਿੰਦਾ ਇੱਕ ਬਹੁਤ ਵੱਡਾ ਮੁਕਾਮ ਰੱਖਦੇ ਸੀਗੇ। ਕਿਰਤੀ ਪਰਿਵਾਰ ਦੇ ਜਨਮੇ, ਰਾਮਗੜੀਆ ਪਰਿਵਾਰ 'ਚ ਜਨਮੇ ਔਰ ਗਾਇਕੀ ਦਾ ਆਸਮਾਨ ਛੂਹਣ ਵਾਲੇ ਵਿਅਕਤੀ ਸੁਰਿੰਦਰ ਸ਼ਿੰਦਾ ਅੱਜ ਸਾਡੇ ਵਿੱਚ ਨਹੀਂ ਰਹੇ। ਔਰ ਇਹ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਵਾ, ਪੰਜਾਬ ਦੇ ਫਿਲਮ ਜਗਤ ਲਈ, ਪੰਜਾਬ ਦੀ ਗਾਇਕੀ ਜਗਤ ਲਈ ਔਰ ਪੰਜਾਬ ਦੀ ਸੁੱਚੀ ਤੇ ਸੱਚੀ ਸ਼ਬਦਾਵਲੀ ਦੇ ਵਿੱਚ ਗਾਏ ਜਾਣ ਵਾਲੇ ਗੀਤਾਂ ਨੂੰ ਸੁਣਨ ਵਾਲੇ ਸਰੋਤਿਆਂ ਲਈ ਜਿਹੜਾ ਵਾ ਉਹ ਅੱਜ ਇੱਕ ਸੂਰਜ ਅਸਤ ਹੋ ਗਿਆ। ਇਹ ਪੰਜਾਬ ਦਾ ਨਾ ਪੂਰਾ ਹੋਣ ਵਾਲਾ ਘਾਟਾ ਆ। ਬਹੁਤ ਵੱਡਾ ਨਾਮਣਾ ਖੱਟਿਆ ਸੁਰਿੰਦਰ ਸ਼ਿੰਦਾ ਨੇ ਔਰ ਬੜੀ ਸੁਚੱਜੀ ਗਾਇਕੀ ਗਾਈ। ਜਿਸ ਤਰ੍ਹਾਂ ਕਿ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀਗੇ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ, ਇਸ ਤਰੀਕੇ ਦੇ ਬਹੁਤ ਹੀ ਅੱਛੇ ਗੀਤ ਜਿਹੜੇ ਸੁਰਿੰਦਰ ਸ਼ਿੰਦਾ ਨੇ ਪੰਜਾਬ ਦੀ ਇਸ ਧਰਤੀ ਨੂੰ ਦਿੱਤੇ ਔਰ ਉਹਦਾ ਪੰਜਾਬੀਆਂ ਨੇ ਪੂਰਾ ਆਨੰਦ ਵੀ ਮਾਣਿਆ ਔਰ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਇੱਕ ਅੱਛੀ ਗਾਇਕੀ ਦੇ ਰੂਪ ਦੇ ਵਿੱਚ ਯਾਦ ਕੀਤਾ ਜਾਏਗਾ। ਔਰ ਉਹ ਸਰੀਰ ਕਰਕੇ ਭਾਵੇਂ ਸਾਡੇ ਵਿੱਚ ਨਾ ਵੀ ਰਹਿਣ ਸੁਰਿੰਦਰ ਸ਼ਿੰਦਾ ਜੀ, ਪਰ ਉਹਨਾਂ ਦੀ ਗਾਇਕੀ ਹਮੇਸ਼ਾ ਸਾਡੇ ਵਿੱਚ ਰਹੇਗੀ ਔਰ ਉਹ ਹਮੇਸ਼ਾ ਉਹਨਾਂ ਨੂੰ ਜਿੰਦਾ ਰੱਖੇਗੀ। ਔਰ ਮੈਂ ਆਪਣੇ ਵੱਲੋਂ ਪੂਰੀ ਤਰ੍ਹਾਂ ਸ਼ਬਦਾਂ ਦੇ ਫੁੱਲ ਭੇਟ ਕਰਦਾ ਹਾਂ। ਔਰ ਇੱਕ ਸੁੱਚੀ ਰੂਹ ਸੀਗੇ ਸੁਰਿੰਦਰ ਸ਼ਿੰਦਾ ਜੀ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਬੜੀ ਸੁਚੱਜੀ ਗਾਇਕੀ ਉਹਨਾਂ ਨੇ ਪੰਜਾਬ ਨੂੰ ਦਿੱਤੀ ਆ। ਮੈਂ ਉਹਨਾਂ ਨੂੰ ਦਿਲੋਂ ਸ਼ਬਦਾਂ ਦੇ ਫੁੱਲ ਭੇਟ ਕਰਦਾ ਜੀ। ਬਿਲਕੁਲ ਕਮਲ ਮੰਜ਼ਿਲ ਜੀ, ਇਹਦੇ 'ਚ ਇੱਕ ਦੋ ਚੀਜ਼ਾਂ ਹੋਰ ਜਿਹੜੀਆਂ ਜ਼ਿਕਰ ਕਰਨ ਵਾਲੀਆਂ ਨੇ। ਸੁਰਿੰਦਰ ਸ਼ਿੰਦਾ ਜੀ ਦੀ ਗੱਲ ਕਰੀਏ ਤੇ ਉਹਨਾਂ ਦੀ ਗਾਇਕੀ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਗਾਉਂਦੇ ਉਹ ਆਮ ਲੋਕਾਂ ਦੀ ਪਸੰਦ ਦਾ ਸਿੱਧਾ ਸੀਗੇ। ਦੋ ਤਰੀਕੇ ਦੀ ਗਾਇਕੀ ਚੱਲਦੀ ਹੈ। ਇੱਕ ਤਾਂ ਜਿਹੜੀ ਕਲਾਸੀਕਲ ਗਾਇਕੀ ਜਿਹਨੂੰ ਕਹਿੰਦੇ ਆ, ਕਲਾਸੀਕਲ ਗਾਇਕੀ ਦੇ ਜਿਹੜੇ ਸਰੋਤੇ ਆ ਉਹ ਬਹੁਤ ਗਿਣਤੀ 'ਚ ਨਹੀਂ ਹੁੰਦੇ, ਉਹਨਾਂ ਦੀ ਗਿਣਤੀ ਘੱਟ ਹੁੰਦੀ ਆ, ਪਰ ਉਹ ਬੜੇ ਜਿਹੜੀ ਆ ਗਹਿਰਾਈ ਦੇਖਦੇ ਗਾਇਕੀ ਦੀ। ਜਿਹੜੇ ਲੋਕ ਗਾਇਕ ਹੁੰਦੇ ਨੇ ਸਿੱਧਾ ਗਾਉਂਦੇ ਨੇ, ਉਹ 'ਚ ਗਹਿਰਾਈ ਜਾਂ ਸੁਰਾਂ ਜਿਹੜੀਆਂ ਉਹਦੇ ਬਾਰੇ ਜ਼ਿਆਦਾ ਜਿਹੜੇ ਸਰੋਤੇ ਜਿਹੜੇ ਆ ਜਾਗਰੂਕ ਨਹੀਂ ਹੁੰਦੇ ਤੇ ਉਹ ਬੰਦਗੀ ਜਿਹੜੀ ਸੰਗੀਤ ਦੀ ਉਹ ਨਹੀਂ ਦਿਖਾਉਂਦੇ ਹੁੰਦੇ। ਪਰ ਸ਼ਿੰਦਾ ਜੀ ਦੀ ਖਾਸੀਅਤ ਰਹੀ ਹੈ, ਗਾਉਂਦੇ ਸਿੱਧਾ ਸੀਗੇ, ਪਰ ਨਾਲ ਦੇ ਨਾਲ ਜਿਹੜਾ ਇੱਕ ਕਲਾਸੀਕਲ ਟੱਚ ਜਿਹੜਾ ਉਹ ਗਾਇਕੀ ਦੇ ਵਿੱਚ ਉਹਨਾਂ ਦੇ ਹਮੇਸ਼ਾ ਜ਼ਰੂਰ ਆਇਆ। ਉਹ ਸਾਰੇ ਜਸਵੰਤ ਭੰਵਰਾ ਦੇ ਜਿਹੜੇ ਆ ਉਹ ਸ਼ਾਗਿਰਦ ਸੀਗੇ। ਜਸਵੰਤ ਭੰਵਰਾ ਜੀ ਦੇ ਸ਼ਾਗਿਰਦ ਜਿਹੜੇ ਮਨਮੋਹਨ ਵਾਰਸ ਵੀ, ਹੋਰ ਵੀ ਬਹੁਤ ਸਾਰੇ ਗਾਇਕ ਨੇ ਜਿਹੜੇ ਜਸਵੰਤ ਭੰਵਰਾ ਜੀ ਦੇ ਸ਼ਾਗਿਰਦ ਹੋਏ ਨੇ ਤੇ ਇਹਨਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਹੈ। 26 ਜੁਲਾਈ ਨੂੰ ਸਾਨੂੰ ਵਿਛੋੜਾ ਦੇ ਕੇ ਗਏ ਆ। ਕਹਿੰਦੇ ਇਨਫੈਕਸ਼ਨ ਹੋ ਗਈ ਸੀ ਉਹਨਾਂ ਨੂੰ, 69 ਸਾਲ ਦੀ ਉਮਰ ਦੇ ਵਿੱਚ DMC ਹਸਪਤਾਲ ਵਿੱਚ ਜਿਹੜੇ ਆ ਉਹ ਉਹਨਾਂ ਨੇ ਬੁੱਧਵਾਰ ਨੂੰ ਪਿਛਲੇ ਨੂੰ ਆਖਰੀ ਸਾਹ ਲਿਆ। ਤੇ ਇਹਦੇ ਉੱਤੇ ਦੇਖ ਸਕਦੇ ਹੋ ਸੁਰਿੰਦਰ ਸ਼ਿੰਦਾ ਜੀ ਦਾ ਕੱਦ ਕਿਹੋ ਜਿਹਾ ਸੀ। ਇਹਦੇ ਉੱਤੇ ਗੁਰਦਾਸ ਮਾਨ ਨੇ ਆਪਣੀ ਜਿਹੜੀ ਟਿੱਪਣੀ ਕੀਤੀ ਆ, ਉਹ ਕਹਿੰਦੇ ਸੁਰਿੰਦਰ ਸ਼ਿੰਦਾ ਦਾ ਜਿਹੜਾ ਦੇਹਾਂਤ ਹੈ ਪੰਜਾਬ ਦੀ ਬਾਬੁਲੰਦ ਆਵਾਜ਼ ਅਤੇ ਸੁਰੀਲੀ ਗਾਇਕੀ ਲਈ ਬਹੁਤ ਵੱਡਾ ਘਾਟਾ ਹੈ। ਕਿਉਂਕਿ ਜਿਸ ਬੁਲੰਦ ਆਵਾਜ਼ ਨਾਲ ਸ਼ਿੰਦਾ ਜੀ ਗਾਉਂਦੇ ਹੁੰਦੇ ਸੀ ਉਸ ਤਰ੍ਹਾਂ ਦੇ ਗਾਉਣ ਵਾਲੇ ਬਹੁਤ ਘੱਟ
ਗਾਇਕ ਨੇ, ਔਰ ਬੜੇ ਸਧਾਰਨ ਜਿਹੇ ਲਹਿਜੇ ਵਿੱਚ ਬੁਲੰਦ ਗਾਉਂਦੇ ਹੁੰਦੇ ਸੀਗੇ। ਉਹ ਇਹ ਨਹੀਂ ਕਿ ਕਿੱਲ ਕੇ ਉੱਚੇ ਹੀ ਗਾਉਣ ਦੀ ਕੋਸ਼ਿਸ਼ ਜਿਹੜੀ ਹੈ ਛਿੰਦਾ ਜੀ ਨੇ ਕਦੇ ਨਹੀਂ ਸੀ ਕੀਤੀ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਵੀ ਇਹਦੇ ਉੱਤੇ ਜਿਹੜਾ ਸ਼ੋਕ ਸੁਨੇਹਾ ਆਇਆ। ਉਹਨਾਂ ਨੇ ਕਿਹਾ ਵੀ ਛਿੰਦਾ ਦਾ ਜਿਹੜਾ ਦੇਹਾਂਤ ਹੈ ਪੰਜਾਬੀ ਸੰਗੀਤ ਜਗਤ ਵਾਸਤੇ ਵੱਡਾ ਨੁਕਸਾਨ ਹੈ। ਵਾਹਿਗੁਰੂ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਆਤਮਾ ਨੂੰ ਜਿਹੜਾ ਸ਼ਾਂਤੀ ਬਖਸ਼ੇ। ਤੇ ਸੁਖਬੀਰ ਬਾਦਲ ਹੋਣੀ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸਾਬਕਾ ਉਪ ਮੁੱਖ ਮੰਤਰੀ, ਉਹਨਾਂ ਨੇ ਵੀ ਅਮਰਿੰਦਰ ਰਾਜਾ ਵੜਿੰਗ ਸਿਆਸੀ ਕਾਦੇ ਬੜਾ ਵੱਡਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਰਵਨੀਤ ਬਿੱਟੂ ਜਿਹੜੇ MP ਨੇ ਲੁਧਿਆਣੇ ਦੇ, ਉਹਨਾਂ ਨੇ ਵੀ ਇਸ ਤਰ੍ਹਾਂ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਉਹਨਾਂ ਦੇ ਘਰ ਵੀ ਪਹੁੰਚ ਰਹੇ ਨੇ। ਘਰ ਪਹੁੰਚ ਕੇ ਉਹ ਉਹਨਾਂ ਦੇ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ। ਤੋ ਇਹੋ ਜਿਹੇ ਹਾਲਾਤ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਨਾਲ ਦੀ ਨਾਲ। ਹਾਂਜੀ ਮਿੰਦਰੂ ਜੀ, ਸੁਰਿੰਦਰ ਛਿੰਦਾ ਜੀ ਬਾਰੇ ਗੱਲ ਹੋ ਰਹੀ ਸੀ, ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਸਰ, ਜਿਹੜੇ ਇਹ ਗਾਇਕ ਹੈ, ਕਿਉਂਕਿ ਇਹ ਪੰਜਾਬੀ ਲੋਕ ਗਾਇਕ ਸੀਗੇ, ਇਹ ਜਿਹੜੇ ਹੈ ਇੱਕ ਲੋਕਾਂ ਨੂੰ ਸੇਧ ਦੇਣ ਵਾਲੇ ਲੋਕ ਸੀ। ਗੀਤਾਂ ਦੇ ਰਾਹੀਂ ਇਹ ਕਿਤੇ ਨਾ ਕਿਤੇ ਜੋ ਸਾਡੇ ਪੰਜਾਬ ਦੇ ਔਰ ਦੇਸ਼ ਦੁਨੀਆ ਦੇ ਹਾਲਾਤ ਹੁੰਦੇ ਨੇ, ਇਹ ਗੀਤਾਂ ਦੇ ਵਿੱਚ ਉਹਨਾਂ ਨੂੰ ਪਿਰੋ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ। ਸਾਡੇ ਪੁਰਾਣੇ ਜਿਹੜੇ ਸੱਭਿਆਚਾਰ ਦੇ ਰੀਤੀ ਰਿਵਾਜ ਨੇ, ਉਹਨਾਂ ਦੇ ਉੱਤੇ ਵੀ ਗੀਤ ਗਾ ਕੇ ਫਿਲਮਾ ਕੇ ਇਹ ਜਿਹੜਾ ਆ ਲੋਕਾਂ ਦੇ ਵਿੱਚ ਸਾਡੇ ਰੀਤੀ ਰਿਵਾਜਾਂ ਨੂੰ ਵੀ ਉਰੰਦੇ ਨੇ। ਤੇ ਇਹ ਇੱਕ ਵਧੀਆ ਅਕਸ ਦੇ ਮਾਲਿਕ ਸੀ ਸੁਰਿੰਦਰ ਛਿੰਦਾ ਜੀ, ਤੇ ਇਸ ਕਰਕੇ ਸਾਰਿਆਂ ਨੂੰ ਹੀ ਇਸ ਦਾ ਜਿਹੜਾ ਆ ਉਹ ਘਾਟਾ ਹੈ। ਸੋ ਇਸ ਕਰਕੇ ਇਹ ਦੁਖਦ ਖਬਰ ਹੈ, ਔਰ ਇਸ ਦੁਖਦ ਖਬਰ ਦੇ ਉੱਤੇ ਸਾਰਾ ਹੀ ਪੰਜਾਬ ਔਰ ਦੇਸ਼ ਦੁਨੀਆ ਦੇ ਵਿੱਚ ਵਸਦੇ ਹੋਏ ਸੁਰਿੰਦਰ ਛਿੰਦਾ ਜੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਇਸ ਖਬਰ ਤੋਂ ਆਹਤ ਨੇ। ਲੇਕਿਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਦੇ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਤੇ ਉਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਬਲ ਬਖਸ਼ੇ ਤਾਂ ਕਿ ਉਹ ਇਹ ਘੜੀ ਨੂੰ ਸਹਿਣ ਕਰ ਸਕਣ। ਤੇ ਇਹੀ ਮੇਰੀ ਤਾਂ ਦੁਆ ਹੈ ਜੀ। ਜੀ ਬਿਲਕੁਲ ਜੀ। ਔਰ ਅਦਾਰਾ HSN ਹਾਈ ਸਟੈਂਡਰਡ ਨਿਊਜ਼ ਵੀ ਜਿਹੜਾ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ। ਤੋਂ ਆਪਾਂ ਅੱਗੇ ਵੱਧਦੇ ਹਾਂ, ਅਗਲੀ ਗੱਲਬਾਤ ਦਾ ਦੌਰ ਸ਼ੁਰੂ ਕਰਦੇ ਹਾਂ। ਇੱਕ ਹੋਰ ਖਬਰ ਜਿਹੜੀ ਆਈ ਹੈ, ਇੱਕ ਪਾਸੇ ਤਾਂ ਲੋਕ ਸਭਾ ਦੀ ਗੱਲ ਚੱਲ ਰਹੀ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਜਿਹੜੀ ਆ ਬੇਭਰੋਸਗੀ ਦਾ ਮਤਾ ਲੈ ਆਈ ਹੈ ਮੋਦੀ ਸਰਕਾਰ ਦੇ ਖਿਲਾਫ। ਤੇ ਦੂਜੇ ਪਾਸੇ ਗੱਲ ਕਰਦੇ ਹਾਂ, ਇਸ ਦੌਰਾਨ ਕੁਝ ਜਿਹੜੇ ਖਾਸ ਬਿੱਲ ਨੇ ਉਹਨਾਂ ਨੂੰ ਪਾਸ ਕਰਵਾਉਣ ਦੀ ਜਿਹੜੀ ਹੈ ਕੋਸ਼ਿਸ਼ ਸਰਕਾਰ ਕਰ ਰਹੀ ਹੈ। ਤੇ ਦੇਖਣਾ ਇਹ ਬਣਦਾ ਕਿ ਜਿਹੜੀ ਵਿਰੋਧੀ ਧਿਰ ਆ ਉਹਦਾ ਬੇਵਿਸ਼ਵਾਸੀ ਮਤਾ ਲਿਆਉਣ ਦਾ ਕੀ ਮਕਸਦ ਆ। ਉਹ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮਕਸਦ ਕੁਝ ਹੋ ਰਿਹਾ, ਸਿਰਫ ਇੱਕ ਜਿੱਦ ਕਰਕੇ ਕਿ ਅਸੀਂ ਤੇ ਮੋਦੀ ਕੋਲੋਂ ਬਿਆਨ ਨਹੀਂ ਦਵਾਉਣਾ। ਉਹਦੇ ਵਾਸਤੇ ਜੇ ਸੰਸਦ ਦੀ ਕਾਰਵਾਈ ਪ੍ਰਭਾਵਿਤ ਕੀਤੀ ਜਾਂਦੀ ਹੈ ਫਿਰ ਮੈਨੂੰ ਲੱਗਦਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਸਾਬਤ ਹੋਏਗੀ। ਤੇ ਜੇਕਰ ਕੋਈ ਵੱਡਾ ਮੁੱਦਾ ਹੁੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਮੋਦੀ ਨਾਲ ਟੁੱਟ ਕੇ ਵਿਰੋਧੀ ਧਿਰ ਦੇ ਨਾਲ ਖੜੇ ਹੋ ਗਏ ਨੇ, ਤੇ ਫਿਰ ਬੇਵਿਸ਼ਵਾਸੀ ਮਤਾ ਲਿਆਉਂਦੇ, ਲਓ ਜੀ ਬਹੁਮਤ ਸਾਬਤ ਕਰੋ, ਸਾਨੂੰ ਭਰੋਸਾ ਹੈ ਨਹੀਂਗਾ, ਫਿਰ ਕਿ ਜਿਹੜੀ ਗੱਲ ਇਹ ਕੁਝ ਹੋਰ ਬਣਨੀ ਸੀ। ਪਰ ਨਾਲ ਦੇ ਨਾਲ ਆਪਾਂ ਗੱਲ ਕਰਾਂਗੇ ਜਿਹੜੇ ਬਿੱਲ ਪਾਸ ਕੀਤੇ ਜਾ ਰਹੇ ਨੇ ਉਹਨਾਂ 'ਚੋਂ ਇੱਕ ਗੱਲ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀ ਪਈ। ਖਬਰ ਵਿੱਚ ਇਹ ਆਈ ਆ ਕਿ ਜਿੱਦਾਂ ਵੱਖ-ਵੱਖ ਜਿਹੜੇ ਦਸਤਾਵੇਜ਼ ਨੇ ਸਾਡੇ, ਚਾਹੇ ਅਸੀਂ ਪਾਸਪੋਰਟ ਬਣਾਉਣਾ, ਚਾਹੇ ਡਰਾਈਵਿੰਗ ਲਾਇਸੈਂਸ ਬਣਾਉਣਾ, ਚਾਹੇ ਅਸੀਂ ਕੋਈ ਵੀ, ਚਾਹੇ ਹੋਰ ਵੀ ਜਿਹੜੇ ਡਾਕੂਮੈਂਟ ਹੋਣੇ, ਚਾਹੇ ਨੌਕਰੀ ਲੈਣੀ ਹੈ, ਛੋਟੇ ਤੋਂ ਲੈ ਕੇ ਵੱਡਾ ਹਰ ਤਰ੍ਹਾਂ ਦਾ ਕੰਮ, ਅਲੱਗ-ਅਲੱਗ ਆਪਸ਼ਨ ਸੀਗੇ। ਕੋਈ ਕਹਿੰਦਾ ਸੀ ਮੈਨੂੰ ਜਿਹੜਾ ਆਧਾਰ ਕਾਰਡ ਚਾਹੀਦਾ, ਕਿਸੇ ਥਾਂ ਤੇ ਕਹਿੰਦਾ ਸੀ ਨਾਲ ਪੈਨ ਕਾਰਡ ਵੀ ਚਾਹੀਦਾ, ਕਿਸੇ ਥਾਂ ਤੇ ਕੋਈ ਡਾਕੂਮੈਂਟ ਮੰਗਿਆ ਜਾਂਦਾ ਸੀ, ਕਿਸੇ ਥਾਂ ਤੇ। ਪਰ ਹੁਣ ਸਰਕਾਰ ਨੇ ਇੱਕ ਬਿੱਲ ਪਾਸ ਕਰਤਾ ਜਿਹੜਾ ਜਨਮ ਪ੍ਰਮਾਣ ਪੱਤਰ ਆ, ਡੇਟ ਆਫ ਬਰਥ ਦਾ ਸਰਟੀਫਿਕੇਟ, ਕਹਿੰਦੇ ਉਹਨੂੰ ਜਿਹੜਾ ਇੱਕੋ ਇੱਕ ਏਦਾਂ ਦਾ ਦਸਤਾਵੇਜ਼ ਬਣਾਤਾ ਜਿਹੜਾ ਤੁਹਾਡਾ ਹਰ ਥਾਂ ਹੀ ਚੱਲੂਗਾ। ਹਰ ਬਿਮਾਰੀ ਦਾ ਇੱਕੋ ਹੀ ਹੱਲ ਆਪਣਾ ਆਏਗਾ, ਜਨਮ ਪ੍ਰਮਾਣ ਪੱਤਰ। ਤੋ ਕੀ ਦੇਖਦੇ ਹੋ, ਇਹਨੂੰ ਸਰਕਾਰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਾ ਜਿਹੜਾ ਸੋਧ ਬਿੱਲ ਆ 2023 ਉਹ ਲਿਆਂਦਾ ਆ, ਜਿਹਦੇ ਨਾਲ ਹੁਣ ਸਾਰੀਆਂ ਜਿਹੜੀਆਂ ਚੀਜ਼ਾਂ, ਚਾਹੇ ਤੁਸੀਂ ਨੌਕਰੀ ਲੈਣੀ ਕਿਸੇ ਸਿੱਖਿਆ ਸੰਸਥਾ, ਚਾਹੇ ਦਾਖਲਾ ਲੈਣਾ ਆ, ਚਾਹੇ ਆਧਾਰ ਕਾਰਡ ਬਣਵਾਉਣਾ, ਤੇ ਚਾਹੇ ਜਿਹੜਾ ਮਰਜ਼ੀ ਕਾਰਡ ਬਣਵਾਉਣਾ, ਤੁਹਾਡਾ ਇੱਕੋ ਸਰਟੀਫਿਕੇਟ ਚੱਲੂਗਾ। ਕਿਵੇਂ ਦੇਖਦੇ ਹੋ ਮਹਿੰਦਰੋ ਜੀ? ਸੰਧੂ ਸਾਹਿਬ, ਗੱਲ ਇਹ ਹੈ ਕਿ
ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਹਰ ਮਹਿਕਮੇ ਨੇ ਇੱਕ ਆਪਣੀ ਇੱਕ ਪਾਲਿਸੀ ਬਣਾਈ ਹੋਈ ਸੀ ਕਿ ਕੋਈ 2 ਪ੍ਰਮਾਣ ਪੱਤਰ ਲੈ ਲੈਂਦੇ ਆ, ਕੋਈ 3 ਪ੍ਰਮਾਣ ਪੱਤਰ ਲੈ ਲੈਂਦੇ ਆ। ਲੇਕਿਨ ਜੋ ਕੇਂਦਰ ਦੇ ਵਿੱਚ ਬਿੱਲ ਸੰਸ਼ੋਧਨ ਦੇ ਵਿੱਚ ਹੋਣ ਜਾ ਰਿਹਾ ਉਹ ਇਹ ਹੈ ਕਿ ਪ੍ਰਮਾਣ ਪੱਤਰ ਜਿਹੜਾ ਆ ਉਹ ਹੀ ਇਕੱਲਾ ਇੱਕ ਅਧਿਕਾਰਿਕ ਡਾਕੂਮੈਂਟ ਹੋ ਜਾਏਗਾ, ਉਸ ਦੇ ਨਾਲ ਕੰਮ ਚੱਲ ਜਾਏਗਾ। ਲੇਕਿਨ ਇਹ ਹੈ ਕਿ ਫਿਰ ਵੀ ਉਸ ਦੇ ਬਾਵਜੂਦ ਵੀ ਪ੍ਰਮਾਣ ਪੱਤਰ ਦੇ ਤੌਰ ਤੇ ਇਕੱਲਾ ਇੱਕ ਜਿਹੜਾ ਬਰਥ ਸਰਟੀਫਿਕੇਟ ਲੱਗਣ ਦੇ ਨਾਲ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਕੰਮ ਨਹੀਂ ਇਕੱਲਾ ਚੱਲੇਗਾ, ਇਹ ਜ਼ਰੂਰੀ ਹੋ ਜਾਏਗਾ। ਲੇਕਿਨ ਅੱਜ ਵੀ ਤਕਰੀਬਨ ਅਸੀਂ ਦੇਖਦੇ ਹਾਂ ਕਿ ਆਪਣੇ ਪੰਜਾਬ ਰੀਜਨ ਦੇ ਵਿੱਚ ਤਾਂ ਇਹੀ ਚੱਲਦਾ ਹੈ ਕਿ ਪ੍ਰਮਾਣ ਪੱਤਰ ਸਰਟੀਫਿਕੇਟ ਤਾਂ ਲੱਗਦਾ ਹੀ ਹੈ, ਲੇਕਿਨ ਆਧਾਰ ਕਾਰਡ ਜਿਹੜਾ ਜ਼ਰੂਰ ਨਾਲ ਹਰ ਜਗ੍ਹਾ ਤੇ ਲੱਗਦਾ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਉਹ ਆਪਣੇ ਮਹਿਕਮੇ ਦੀਆਂ ਪਾਲਿਸੀਜ਼ ਫਿਰ ਵੀ ਰਹਿਣਗੀਆਂ, ਲੇਕਿਨ ਪ੍ਰਮਾਣ ਪੱਤਰ ਦੇ ਤੌਰ ਤੇ ਉੱਤੇ ਬਰਥ ਸਰਟੀਫਿਕੇਟ ਲਗਾਉਣਾ ਬਹੁਤ ਜ਼ਰੂਰੀ ਹੋ ਜਾਏਗਾ ਹਰ ਜਗ੍ਹਾ, ਜਿੱਥੇ ਅੱਜ ਦੀ ਡੇਟ 'ਚ ਇਕੱਲਾ ਆਧਾਰ ਕਾਰਡ ਲਗਾ ਕੇ ਵੀ ਸਰ ਜਾਂਦਾ ਹੈ। ਜੀ ਉਹ ਪ੍ਰਮਾਣ ਪੱਤਰ ਕਮਲ ਮੰਜ਼ਲ ਜੀ, ਤੁਹਾਡੀ ਸਰਕਾਰ ਬੀਜੇਪੀ, ਤੁਸੀਂ ਤਾਂ ਨੀਤੀਆਂ ਨੂੰ ਸਮਝਦੇ ਹੋਵੋਗੇ, ਕੀ ਮਕਸਦ ਲੱਗਦਾ ਜਿਹੜਾ ਜਨਮ ਸਰਟੀਫਿਕੇਟ ਨੂੰ ਐਡੀ ਵੱਡੀ ਜਿਹੜੀ ਅਹਿਮੀਅਤ ਦੇਣਾ, ਉਹਨੂੰ ਸਾਰੇ ਪਾਸੇ ਚੱਲਦਾ ਕਰ ਦੇਣਾ, ਕੀ ਦੇਖਦੇ ਹੋ? ਸੰਧੂ ਸਾਹਿਬ, ਮੈਂ ਇਹਨੂੰ ਇਸ ਨਜ਼ਰੀਏ ਨਾਲ ਦੇਖਦਾ ਵਾ ਕਿ ਇਹ 2 ਤਰੀਕਿਆਂ ਦੇ ਨਾਲ ਸਰਕਾਰ ਨੇ ਇਹਨੂੰ ਜ਼ਰੂਰੀ ਕਰ ਦਿੱਤਾ ਵਾ। ਇੱਕ ਤਾਂ ਜਿਹੜੇ ਬਾਹਰੋਂ ਆਣ ਕੇ ਤੇ ਵਸ ਕੇ ਤੇ ਡੁਪਲੀਕੇਟ ਆਧਾਰ ਕਾਰਡ ਤੇ ਦੂਸਰਾ ਤੀਸਰਾ ਬਣਵਾ ਲੈਂਦੇ ਨੇ, ਉਹਨਾਂ ਨੂੰ ਰੋਕਥਾਮ ਲਾਉਣ ਵਾਸਤੇ ਜਿਹੜਾ ਜਨਮ ਪ੍ਰਮਾਣ ਪੱਤਰ ਆ ਉਹ ਅਨਿਵਾਰੀ ਕਰ ਲੱਗਦਾ ਕਮਲ ਮੰਜ਼ਲ ਜੀ ਦਾ ਜਿਹੜਾ ਕਨੈਕਸ਼ਨ ਆ ਉਹ ਲੋਸਟ ਹੋ ਗਿਆ। ਤੇ ਮਿੱਤਰੋ ਜੀ, ਕਮਲ ਮੰਜ਼ਲ ਜੀ ਕਹਿ ਰਹੇ ਸੀ ਕਿ ਇਹਦਾ ਸਿਰਫ ਇੰਨਾ ਹੀ ਨਹੀਂ ਮਕਸਦ ਕਿ ਆਮ ਹੀ ਜੀ ਡਾਕੂਮੈਂਟ ਦੇ ਉੱਤੇ ਉਹਨੂੰ ਅਹਿਮੀਅਤ ਦੇਣ ਵਾਸਤੇ ਜਾਂ ਕਿਸੇ ਡਾਕੂਮੈਂਟ ਨੂੰ ਘਟਾਉਣ ਵਾਸਤੇ ਜਿਹੜੀ ਆ ਇਹ ਨੀਤੀ ਜਿਹੜੀ ਹੈ ਇਹ ਬਣਾਈ ਆ ਸਰਕਾਰ ਨੇ, ਇਹਦਾ ਕੋਈ ਵੱਡਾ ਮਕਸਦ ਹੁੰਦਾ ਇਹਦੇ ਪਿੱਛੇ। ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਇਸ ਤਰ੍ਹਾਂ ਦੀਆਂ ਵੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਦੋਂ ਆਧਾਰ ਕਾਰਡ ਨੂੰ ਜਿਹੜੀ ਆ ਉਹ ਜ਼ਿਆਦਾ ਪ੍ਰਮੁਖਤਾ ਸਰਕਾਰ ਦੇਣ ਲੱਗੀ ਸੀ, ਆਧਾਰ ਕਾਰਡ ਲਾਜ਼ਮੀ ਕਰਤਾ ਸੀ, ਤੇ ਉਸ ਵਕਤ ਬੜਾ ਰੌਲਾ ਪਿਆ ਸੀਗਾ ਕਿ ਲਓ ਜੀ ਆਧਾਰ ਕਾਰਡ ਨੂੰ ਤੁਸੀਂ ਸਾਰੇ ਡਾਕੂਮੈਂਟ ਨਹੀਂ ਬਣਾ ਸਕਦੇ। ਜੀ ਨਹੀਂ, ਗੱਲ ਇਹ ਠੀਕ ਹੈਗੀ ਆ ਕਿ ਅਗਰ ਪ੍ਰਮਾਣ ਪੱਤਰ ਦੇ ਤੌਰ ਤੇ ਆ ਗਏ ਨੇ ਆਧਾਰ ਕਾਰਡ ਬਣਾਉਣਾ, ਚਾਹੇ ਤੁਸੀਂ ਐਨੀ ਬੋਡੀ ਕੋਈ ਵੀ ਸਰਕਾਰ ਨਾਲ ਰਿਲੇਟਡ ਕੋਈ ਵੀ ਮਹਿਕਮੇ 'ਚ ਤੁਸੀਂ ਜਾਂਦੇ ਹੋ ਤੇ ਉਹਦੇ 'ਚ ਉਸ ਨੂੰ ਉਹ ਪ੍ਰਮਾਣਤਾ ਮਿਲ ਜੇਗੀ। ਔਰ ਇਹਦੇ 'ਚ ਇੱਕ ਚੀਜ਼ ਬੜੀ ਵਧੀਆ ਹੋ ਗਈ ਆ ਸੰਧੂ ਸਾਹਿਬ, ਜਿਵੇਂ ਕਿ ਬਾਹਰੋਂ ਆਏ ਲੋਕ ਝੂਠੇ ਪ੍ਰਮਾਣ ਪੱਤਰ ਬਣਾ ਲੈਂਦੇ ਸੀ, ਪਰ ਬਰਥ ਸਰਟੀਫਿਕੇਟ ਝੂਠਾ ਬਣਾਉਣਾ ਕੋਈ ਈਜ਼ੀ ਕੰਮ ਨਹੀਂ ਆ। ਉਹ ਜਿਹੜਾ ਵਾ ਉਹ ਹਰ ਬੰਦਾ ਨਹੀਂ ਬਣਵਾ ਸਕੇਗਾ, ਤੇ ਉਸ ਚੀਜ਼ ਦੇ ਉੱਤੇ ਬੜੀ ਵੱਡੀ ਰੋਕਥਾਮ ਵੀ ਲੱਗੇਗੀ। ਔਰ ਬੋਲਾਂ ਜੀ ਮੈਂ ਕਿ ਕਮਲ ਮੰਜ਼ਲ ਜੀ ਦੀ ਵੇਟ ਕਰਨੀ ਹੈ, ਉਹਨਾਂ ਦਾ ਹੱਕ ਨਹੀਂ ਮਾਰਿਆ ਜਾਏਗਾ। ਕਮਲ ਮੰਜ਼ਲ ਜੀ ਗੱਲ ਕਰ ਰਹੇ ਨੇ ਜੀ, ਆ ਗਏ। ਹਾਂਜੀ ਮਿੰਦਰੋ ਜੀ, ਹੁਣ ਗੱਲ ਕਰੋ ਜੀ। ਕਮਲ ਮੰਜ਼ਲ ਜੀ ਕਹਿ ਰਹੇ ਨੇ ਕਿ ਛੋਟੀ ਗੱਲ ਨਹੀਂ, ਵੱਡੀ ਗੱਲ ਹੈ ਜੀ। ਮੈਂ ਹੀ ਕਹਿ ਰਿਹਾ ਸੀ ਕਿ ਅਗਰ ਬਰਥ ਸਰਟੀਫਿਕੇਟ ਦਾ ਰਿਕਾਰਡ ਜਿਹੜਾ ਨਾਲ ਲੱਗੇਗਾ ਤਾਂ ਉਹਦੇ ਵਿੱਚ ਇਹ ਗੱਲ ਬਿਲਕੁਲ ਪੁਖਤਾ ਹੋ ਜਾਏਗੀ ਕਿ ਕੋਈ ਵੀ ਆਦਮੀ ਕਿਤੇੋਂ ਵੀ ਕੋਈ ਆਧਾਰ ਕਾਰਡ ਜਿਹੜਾ ਬਣਾਉਣ ਦੇ ਲਈ ਕੋਈ ਵੀ ਜਾਲੀ ਕਿਸੇ ਤਰ੍ਹਾਂ ਦਾ ਦਸਤਾਵੇਜ਼ ਬਣਾ ਕੇ ਆਧਾਰ ਕਾਰਡ ਬਣਾ ਕੇ ਉਹ ਬੰਦਾ ਕਿਤੇ ਵੀ ਆਪਣੇ ਆਪ ਨੂੰ ਵੈਰੀਫਾਈਡ ਨਹੀਂ ਕਰਵਾ ਸਕੇਗਾ। ਇਹ ਇੱਕ ਮਜ਼ਬੂਤੀ ਹੋਏਗੀ ਕਿ ਜਦੋਂ ਜਨਮ ਪ੍ਰਮਾਣ ਪੱਤਰ ਲੱਗੇਗਾ ਤਾਂ ਉਹਦਾ ਪੁਰਾਣਾ ਰਿਕਾਰਡ ਵੀ ਨਾਲ ਹੋਏਗਾ ਕਿ ਇਹ ਜੋ ਵਿਅਕਤੀ ਹੈ ਇਹ ਕਿਸ ਜਗ੍ਹਾ ਦੇ ਉੱਤੇ ਇਸ ਦਾ ਜਨਮ ਪ੍ਰਮਾਣ ਪੱਤਰ ਦਾ ਰਿਕਾਰਡ ਹੈ, ਤਾਂ ਕਿ ਉਸ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਕੁਝ ਰੋਹਿੰਗਾ ਟਾਈਪ ਦੇ ਲੋਕ ਜਾਂ ਦੂਸਰੇ ਸ਼ਰਨਾਰਥੀ ਬਣ ਕੇ ਇੱਕ ਵਾਰੀ ਆ ਜਾਂਦੇ ਨੇ, ਕਿਸੇ ਵੀ ਤਰੀਕੇ ਨਾਲ ਉਹ ਆਧਾਰ ਕਾਰਡ ਜਾਂ ਦੂਸਰਾ ਕੋਈ ਡਾਕੂਮੈਂਟ ਬਣਵਾ ਕੇ ਉਹ ਆਪਣੀ ਨਾਗਰਿਕਤਾ ਸਿੱਧ ਕਰਨ ਦੇ ਲਈ ਜਿਹੜਾ ਆ ਉਹ ਕੋਸ਼ਿਸ਼ ਕਰਦੇ ਨੇ। ਇਸ ਚੀਜ਼ ਦੇ ਵਿੱਚ ਉਸ ਦੇ ਉੱਤੇ ਜ਼ਰੂਰ ਰੋਕ ਲੱਗਣ ਦੇ ਵਿੱਚ ਇੱਕ ਵੱਡਾ ਕਦਮ ਹੋਏਗਾ, ਇਹ ਇੱਕ ਅੱਛੀ ਗੱਲ ਹੈ। ਬਿਲਕੁਲ ਕਮਲ ਮੰਜ਼ਲ ਜੀ, ਆਪਾਂ ਦੇਖਦੇ ਹਾਂ ਜਿੱਥੇ ਵਿਰੋਧੀ ਧਿਰ ਦੀ ਆਪਾਂ ਗੱਲ ਕਰ ਰਹੇ ਸੀ, ਲੋਕ ਸਭਾ ਦੇ ਵਿੱਚ ਬੜਾ ਰੌਲਾ ਰੱਪਾ ਪਿਆ ਹੋਇਆ, ਕਹਿੰਦੇ ਜੀ ਹੁਣ ਤਾਂ ਬਸ ਲੈ ਆਂਦਾ ਅਸੀਂ ਹੱਲ ਕੱਢ ਲਿਆ ਕਿ ਮੋਦੀ ਨੂੰ ਮਜਬੂਰ ਹੋ ਕੇ ਹੁਣ ਬਿਆਨ ਦੇਣਾ ਪਊ, ਕਿਉਂਕਿ ਉਸ ਦੇ ਵਿੱਚ ਜਿਹੜਾ ਨਿਯਮ ਆ ਬੇਵਿਸ਼ਵਾਸੀ ਜਿਹੜਾ ਮਤਾ ਹੁੰਦਾ 50 ਜਿਹੜੇ ਸੰਸਦ ਮੈਂਬਰ ਅਗਰ ਇਕੱਠੇ ਹੋ ਕੇ ਉਹਦੀ ਮੰਗ ਕਰਦੇ ਆ ਤੇ ਉਹ ਸਪੀਕਰ ਨੂੰ ਕਬੂਲ ਕਰਨਾ ਪੈਂਦਾ। ਤੋ ਸਪੀਕਰ ਨੇ ਕਬੂਲ ਕਰ ਲਿਆ ਤੇ ਉਹਦੇ ਉੱਤੇ ਜਿਹੜਾ ਬੇਵਿਸ਼ਵਾਸੀ ਮਤਾ ਜਿਹੜਾ
ਪਹਿਲਾਂ ਉੱਤੇ ਬਹਿਸ ਸ਼ੁਰੂ ਹੋਣੀ ਹੈ ਤੇ ਉਹਦੇ 'ਚ ਮੋਦੀ ਧਿਰ ਬਣੀ। ਪਰ ਨਾਲ ਦੇ ਨਾਲ ਦੂਜੇ ਪਾਸੇ ਗੱਲ ਕਰੀਏ, ਬੀਜੇਪੀ ਜਿਹੜੀ ਆ ਉਹ ਵੀ ਹੱਥ ਤੇ ਹੱਥ ਧਰ ਕੇ ਨਹੀਂ ਬੈਠੀ। ਉਹਨੇ ਇੱਕ ਫੈਕਟ ਫੰਡਿੰਗ ਕਮੇਟੀ ਜਿਹੜੀ ਬਣਾਈ ਹੈ, ਪੱਛਮੀ ਬੰਗਾਲ ਭੇਜੀ ਸੀ, ਸੀਨੀਅਰ ਸੰਸਦ ਮੈਂਬਰ ਨੇ ਤੇ ਮੰਤਰੀ ਵੀ ਰਹਿ ਚੁੱਕੇ ਰਵੀ ਸ਼ੰਕਰ ਪ੍ਰਸਾਦ, ਉਹਨਾਂ ਦੀ ਅਗਵਾਈ ਹੇਠ ਫੈਕਟ ਫੰਡਿੰਗ ਕਮੇਟੀ ਇੱਕ ਪੱਛਮੀ ਬੰਗਾਲ ਭੇਜੀ ਸੀ। ਉਹਨਾਂ ਦਾ ਜਿਹੜਾ ਬਿਆਨ ਵੀ ਆ ਗਿਆ ਤੇ ਉਹਨਾਂ ਨੇ ਜਿਹੜੀ ਰਿਪੋਰਟ ਆ ਉਹ JP ਨੱਡਾ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਨੂੰ ਸੌਂਪੀ ਹੈ। ਉਹਨਾਂ ਨੇ ਗੱਲ ਕਹੀ ਵੀ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਪੱਛਮੀ ਬੰਗਾਲ 'ਚ, ਉਹਦੇ ਵਿੱਚ ਲੋਕਤੰਤਰ ਦੀ ਹੱਤਿਆ ਹੋਈ ਹੈ। ਇਹ ਭਾਜਪਾ ਦਾ ਬਿਆਨ ਆਇਆ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਹ ਜਿਹੜਾ ਅਵਿਸ਼ਵਾਸ ਮਤ ਦਾ ਜਿਹੜਾ ਮਤਾ ਇਹਨਾਂ ਨੇ ਲੈ ਕੇ ਆਂਦਾ ਵਾ ਪਾਰਲੀਮੈਂਟ ਦੇ ਵਿੱਚ, ਪਹਿਲੇ ਨੰਬਰ ਦੇ ਉੱਤੇ ਆਪੋਜੀਸ਼ਨ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਚਾਨਣਾ ਕਿ ਇਹ ਗੈਰ ਵਾਜਬ ਤੇ ਬਿਨਾਂ ਮਤਲਬ ਦਾ ਅਸੀਂ ਮਤਾ ਲੈ ਕੇ ਆਂਦਾ ਵਾ। ਉਹ ਸਿਰਫ ਤੇ ਸਿਰਫ ਆਪਣੀ ਜਿੱਦ ਪਕਾਉਣ ਦੇ ਚੱਕਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਬਟ ਉਹ ਇਸ ਸਾਰੇ ਸੰਦਰਭ ਦੇ ਵਿੱਚ ਇੱਕ ਚੀਜ਼ ਉਹ ਭੁੱਲ ਰਹੇ ਨੇ ਕਿ ਸਾਰਾ ਦੇਸ਼ ਦੇਖ ਰਿਹਾ, ਆਪੋਜੀਸ਼ਨ ਦੀਆਂ ਜਿਹੜੀਆਂ ਉਹ ਉੱਥੇ ਹਰਕਤਾਂ ਕਰ ਰਹੇ ਨੇ, ਉਹ ਕੱਲੀ ਕੱਲੀ ਗੱਲ ਨੋਟ ਹੋ ਰਹੀ ਆ ਔਰ ਦੇਸ਼ ਇਹਦਾ ਜਵਾਬ ਵੀ ਇਹਨਾਂ ਨੂੰ ਜ਼ਰੂਰ ਦੇਵੇਗਾ। ਜਿੱਥੋਂ ਤੱਕ ਗੱਲ ਰਹੀ ਸੰਖਿਆ ਬਲ ਦੀ, 333 ਮੈਂਬਰ ਪਾਰਲੀਮੈਂਟ ਆਲਰੇਡੀ NDA ਦੇ ਉੱਥੇ ਪਾਰਲੀਮੈਂਟ ਦੇ ਵਿੱਚ ਮੌਜੂਦ ਨੇ, ਜਿਸ ਚੋਂ 301 ਕੱਲੀ ਭਾਜਪਾ ਦੇ ਆਪਣੇ ਮੈਂਬਰ ਪਾਰਲੀਮੈਂਟ ਨੇ। ਤੇ ਅਵਿਸ਼ਵਾਸ ਮਤ ਦਾ ਤੇ ਮੈਨੂੰ ਮੇਰੀ ਸਮਝ ਤੋਂ ਪਰੇ ਆ ਵੀ ਇਹਨੂੰ ਲਿਆਉਣ ਦਾ ਕੋਈ ਮੋਟਿਵ ਰਹਿ ਨਹੀਂ ਜਾਂਦਾ, ਜਦੋਂ ਕਿ ਏਡੀ ਵੱਡੀ ਸੰਖਿਆ ਬਲ ਦੇ ਵਿੱਚ ਸਰਕਾਰ ਆਪਣੀ ਹੋਂਦ ਦੇ ਵਿੱਚ ਹੋਵੇ ਤੇ ਆਪੋਜੀਸ਼ਨ ਇਸ ਤਰ੍ਹਾਂ ਦਾ ਬਿੱਲ ਲਿਆ ਕੇ ਜਾਂ ਇਸ ਤਰ੍ਹਾਂ ਦਾ ਮਤਾ ਲਿਆ ਕੇ ਉਹ ਸਾਬਤ ਕੀ ਕਰਨਾ ਚਾਹੁੰਦੇ ਨੇ। ਔਰ ਇਹਦੇ ਵਿੱਚ ਸਿਰਫ ਤੇ ਸਿਰਫ ਪਾਰਲੀਮੈਂਟ ਦਾ ਕੀਮਤੀ ਸਮਾਂ ਬਰਬਾਦ ਕੀਤਾ ਜਾ ਰਿਹਾ। ਮਨੀਪੁਰ ਦੀ ਆੜ ਦੇ ਵਿੱਚ ਉਹ ਆਪਣਾ ਜਿਹੜੇ ਉਹਨਾਂ ਦੇ ਨਿਪਾਕ ਇਰਾਦੇ ਨੇ ਉਹਨਾਂ ਨੂੰ ਉਹ ਪੇਸ਼ ਕਰਨਾ ਚਾਹੁੰਦੇ ਨੇ ਦੇਸ਼ ਦੀ ਜਨਤਾ। ਪਰ ਦੇਸ਼ ਦੀ ਜਨਤਾ ਅੱਜ ਸਮਝਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੰਧੂ ਸਾਹਿਬ, ਵੀ ਟੈਕਸ ਪੇਜ ਦਾ ਪੈਸਾ ਕਿਸ ਤਰੀਕੇ ਨਾਲ ਆਪੋਜੀਸ਼ਨ ਵੇਸਟ ਕਰ ਰਹੀ ਆ। ਹਾਂ, ਉਹਦੇ ਨਾਲ ਨਾਲ ਜਦੋਂ ਸਰਕਾਰ ਨੇ ਇੱਕ ਸਾਰਥਕ ਰਵੱਈਆ ਅਪਣਾਉਂਦਿਆਂ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਕਿ ਅਸੀਂ ਮਨੀਪੁਰ ਦੇ ਉੱਤੇ, ਪੱਛਮ ਬੰਗਾਲ, ਰਾਜਸਥਾਨ ਜਿੰਨੇ ਵੀ ਹਰਕਤਾਂ ਹੋਈਆਂ ਸਾਰੀਆਂ ਦੇ ਉੱਤੇ ਅਸੀਂ ਬਹਿਸ ਕਰਨ ਨੂੰ ਤਿਆਰ ਆ, ਉਹਦੇ ਤੇ ਚਰਚਾ ਕਰਨ ਨੂੰ ਤਿਆਰ ਆ। ਤੇ ਹੁਣ ਉਹਦੇ ਤੋਂ ਆਪੋਜੀਸ਼ਨ ਭੱਜ ਕੇ ਤੇ ਨਵੇਂ ਪੈਂਤੜੇ ਅਪਣਾ ਰਹੀ ਆ। ਬਟ ਅਗਰ ਇੱਕ ਚੀਜ਼ ਇਹ ਕਨਫਰਮ ਹੈ, ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਹੋ ਜਾਏਗਾ। ਜੇ ਮਨੀਪੁਰ ਤੇ ਚਰਚਾ ਹੋਏਗੀ, ਉਹਦੇ ਨਾਲ ਪੱਛਮ ਬੰਗਾਲ ਤੇ ਵੀ ਹੋ ਜਾਏਗੀ, ਤੇ ਉਹਦੇ ਨਾਲ ਰਾਜਸਥਾਨ ਤੇ ਵੀ ਹੋ ਜਾਏਗੀ, ਤੇ ਜਿਹੜੇ ਅਸਲ ਚਿਹਰੇ ਨੇ ਉਹ ਜਨਤਾ ਦੇ ਸਾਹਮਣੇ ਪੇਸ਼ ਵੀ ਹੋ ਜਾਣਗੇ। ਔਰ ਜਿਹੜਾ ਕਿ ਆਪੋਜੀਸ਼ਨ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਾਂ ਉਹਦੇ ਵਿੱਚ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਹ ਜਿਹੜੇ ਸਾਰੀਆਂ ਚੀਜ਼ਾਂ ਨੇ ਉਹਨਾਂ ਤੋਂ ਕਲੈਰਿਟੀ ਹੋ ਜਾਏਗੀ। ਔਰ ਦੇਸ਼ ਦੇ ਵਿੱਚ ਭਾਰਤ ਸਰਕਾਰ ਦਾ ਪੱਖ ਵੀ ਸਾਹਮਣੇ ਆ ਜਾਏਗਾ ਤੇ ਆਪੋਜੀਸ਼ਨ ਦੀਆਂ ਕੀਤੀਆਂ ਕਰਤੂਤਾਂ ਵੀ ਸਾਹਮਣੇ ਆ ਜਾਣਗੀਆਂ। ਕੱਲਾ ਇੰਡੀਆ ਨਾਮ ਰੱਖਣ ਦੇ ਨਾਲ ਨਾਪਾਕ ਇਰਾਦੇ ਪਾਕ ਨਹੀਂ ਹੋ ਜਾਣਗੇ। ਜਿਹੜੇ ਵੀ 900 ਚੂਹੇ ਖਾ ਕੇ ਹੁਣ ਬਿੱਲੀ ਹੱਜ ਨੂੰ ਤੁਰਨ ਲੱਗੀ ਆ, ਤੇ ਹੱਜ ਇਹਨਾਂ ਦਾ ਪ੍ਰਵਾਨ ਨਹੀਂ ਹੋਣਾ ਕਿਉਂਕਿ ਚੂਹਾ 900 ਖਾ ਚੁੱਕੇ ਨੇ। ਤੇ ਇਸ ਲਈ ਮੇਰਾ ਇਹ ਮੰਨਣਾ ਕਿ ਹੁਣ ਜਿਹੜੀ ਜਨਤਾ ਹੈ ਉਹ ਇਹਦਾ ਇਨਸਾਫ ਕਰੇਗੀ ਔਰ ਸੱਚ ਜਿਹੜਾ ਵਾ ਜਨਤਾ ਦੇ ਸਾਹਮਣੇ 1-2 ਦਿਨਾਂ 4 ਦਿਨਾਂ ਦੇ ਵਿੱਚ ਜਿੱਦਣ ਵੀ ਇਹਨਾਂ ਨੇ ਆਪਣਾ ਮਤਾ ਲਿਆਉਣਾ ਉਹਦੇ ਵਿੱਚ, ਤੇ ਉਹਦੇ 'ਚ ਸਾਰਾ ਸਾਹਮਣੇ ਆ ਜਾਏਗਾ। ਜੀ ਮਹਿੰਦਰੋ ਜੀ, ਆਪਾਂ ਗੱਲ ਕਰ ਰਹੇ ਹਾਂ ਦੇਸ਼ ਦੀ ਅਰਥ ਵਿਵਸਥਾ ਦੀ ਗੱਲ ਕਰੀਏ। ਹੁਣ ਤੱਕ ਸਾਡੇ ਚਰਚਾ ਬੜੀ ਚੱਲਦੀ ਸੀ, ਪੰਜਾਬੀਆਂ ਨੇ ਪਹਿਲੀ ਵਾਰੀ ਸ਼ਬਦ ਸੁਣਿਆ ਸੀ ਕਿ ਸਿਆਸੀ ਪਾਰਟੀ ਦੇ ਆਗੂ ਆਉਂਦੇ ਸੀਗੇ, ਕੇਜਰੀਵਾਲ ਸਾਹਿਬ ਆਉਂਦੇ ਸੀ, ਭਗਵੰਤ ਮਾਨ ਆਉਂਦੇ ਸੀ, ਇਹ ਕਹਿੰਦੇ ਸੀ ਮੈਂ ਗਰੰਟੀ ਦਿੱਤਾ, ਮੇਰੀ ਗਰੰਟੀ ਹੈ ਕਿ ਆਹ ਚੀਜ਼ ਜਿਹੜੀ ਬਣੇਗੀ। ਪਰ ਬੀਜੇਪੀ ਦੇ ਮੰਚ ਤੋਂ ਗਰੰਟੀ ਵਾਲੀ ਗੱਲ ਕਦੇ ਸੁਣਨ ਵਾਸਤੇ ਮਿਲੀ ਨਹੀਂ ਸੀ। ਕੱਲ ਇੱਕ ਉਦਘਾਟਨ ਕੀਤਾ, 123 ਏਕੜ ਇੱਕ ਕੰਪਲੈਕਸ ਬਣਿਆ ਜਿਹਨੂੰ ਭਾਰਤ ਮੰਡਪਮ ਕਹਿੰਦੇ ਨੇ। ਉੱਥੇ ਭਾਰਤੀ ਰਵਾਇਤ ਅਨੁਸਾਰ ਜਿਹੜੀ ਹੈ ਪੂਜਾ ਅਰਚਨਾ ਕਰਕੇ ਮੋਦੀ ਜੀ ਨੇ ਉਹਦਾ ਉਸ ਤੋਂ ਬਾਅਦ ਉਦਘਾਟਨ ਕੀਤਾ। ਤੇ ਉਸ ਮੌਕੇ ਤੇ ਮੋਦੀ ਜੀ ਨੇ ਜਿਹੜਾ ਸੰਬੋਧਨ ਕੀਤਾ ਉਹਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਸ਼ਾਇਦ ਇਸ ਤਰ੍ਹਾਂ ਦਾ ਸ਼ਬਦ ਵਰਤਿਆ। ਉਹ ਕਹਿੰਦੇ ਮੈਂ ਆਪਣਾ ਜਿਹੜਾ ਟਰੈਕ ਰਿਕਾਰਡ ਹੈ ਉਹਦੇ ਆਧਾਰ ਉੱਤੇ ਮੈਂ ਭਾਰਤ ਦੇ ਵਾਸਤੇ ਇਹ ਗਰੰਟੀ ਦੇ ਸਕਦਾ ਕਿ ਜਿਹੜੀ ਭਾਰਤ ਦੀ ਇਕਨੋਮੀ ਹੈ ਉਹ ਟੌਪ ਦੀਆਂ 3 ਅਰਥ ਵਿਵਸਥਾਵਾਂ ਦੇ ਵਿੱਚ ਜਿਹੜੀ ਆ ਉਹ ਖੜੀ ਹੋ ਜਾਏਗੀ। ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਤਾਂ ਇਤਨਾ ਲੱਗਦਾ ਕਿ 24 ਦੀ ਜਿਹੜੀ ਲੋਕ ਸਭਾ ਆ ਰਹੀ ਹੈ ਉਹਦੀ ਵੀ ਗਰੰਟੀ ਦਿੰਦੇ ਜਾਪਦੇ ਨੇ ਲੋਕਾਂ ਨੂੰ ਕਿ ਸਰਕਾਰ ਤੇ ਮੇਰੀ ਹੀ ਆਣੀ ਹੈ ਤੇ ਮੈਂ ਜਿਹੜਾ ਦੇਸ਼ ਆ ਉਹਨੂੰ ਤੀਜੀ ਅਰਥ ਵਿਵਸਥਾ ਜਿਹੜੀ ਬਣਾਉਣ 'ਚ ਕਾਮਯਾਬ ਹੋ ਜਾਣਾ। ਨਾਲ ਦੀ ਨਾਲ ਖਬਰ ਇਹ ਵੀ ਹੈ ਕਿ ਸਵਦੇਸ਼ੀ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਿਤ ਕਰੂਗਾ ਭਾਰਤ। ਪਹਿਲਾਂ ਤਾਂ ਇਹ ਰੂਸ ਤੋਂ ਲੈਂਦੇ ਸੀ ਰੱਖਿਆ ਪ੍ਰਣਾਲੀ, ਹੁਣ ਆਪਣੀ ਰੱਖਿਆ ਪ੍ਰਣਾਲੀ ਜਿਹੜੀ ਵਿਕਸਿਤ ਹੋ ਜਾਣੀ ਆ। ਕਹਿੰਦੇ 400 ਕਿਲੋਮੀਟਰ ਦੇ ਦਾਇਰੇ ਵਿੱਚ ਦੁਸ਼ਮਣ ਦੇ ਹਮਲੇ ਨੂੰ ਜਿਹੜੀ ਆ ਉਹ ਫੇਲ ਕਰ ਦੂਗੀ। ਜੇ ਕੋਈ ਮਿਜ਼ਾਈਲਾਂ ਨਾਲ ਹਮਲਾ ਹੋਊਗਾ ਤੇ 400 ਕਿਲੋਮੀਟਰ ਦੂਰ ਹੀ ਜਿਹੜਾ ਉਹਨੂੰ
ਤਵਸਤ ਕਰਤਾ ਜਾਊਗਾ। ਕਿਵੇਂ ਦੇਖਦੇ ਹੋ ਮਹਿੰਦਰ ਜੀ? ਸੰਧੂ ਸਾਹਿਬ, ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਆਪਣੀ ਕਈ ਵਾਰ ਚਰਚਾ ਹੋਈ ਤੇ ਅੱਜ ਵੀ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ। ਮੋਦੀ ਜੀ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਰਹੇ ਉਹਨਾਂ ਨੇ ਵੀ ਆਪਣੇ ਤੌਰ ਤੇ ਜਿੰਨਾ ਵੀ ਕੰਮ ਹੋ ਸਕਿਆ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਲੇਕਿਨ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਚੀਜ਼ਾਂ ਲੋਕਾਂ ਨੂੰ ਵੀ ਦਿਖਾਈਆਂ ਗਈਆਂ ਕਿ ਆ ਕੰਮ ਇਸ ਤਰੀਕੇ ਨਾਲ ਡਿਵੈਲਪ ਕੀਤੇ ਜਾ ਰਹੇ ਨੇ। ਔਰ ਦੁਨੀਆ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਾ ਕੇ ਜਿਸ ਤਰ੍ਹਾਂ ਦੇ ਸੰਬੰਧ ਸਥਾਪਿਤ ਕੀਤੇ, ਉਹਨਾਂ ਦੇ ਨਾਲ ਜਿੱਥੋਂ ਵੀ ਉਹਨਾਂ ਨੂੰ ਵਧੀਆ ਟੈਕਨੋਲੋਜੀ ਮਿਲੀ, ਜਿੱਥੋਂ ਵੀ ਵਧੀਆ ਜੋ ਵੀ ਚੀਜ਼ਾਂ ਮਿਲੀਆਂ, ਉਹਨਾਂ ਨੇ ਭਾਰਤ ਦੇਸ਼ ਦੇ ਲਈ ਜਿਹੜੀਆਂ ਆ ਉਹ ਸਥਾਪਿਤ ਕੀਤੀਆਂ ਔਰ ਉਹਨਾਂ ਦੇ ਨਾਲ ਉਸ ਤਰੀਕੇ ਦੇ ਐਗਰੀਮੈਂਟਸ ਕਰਕੇ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਲੈ ਕੇ ਆਂਦਾ। ਔਰ ਜਿਹੜਾ ਇਹ ਕੱਲ ਉਦਘਾਟਨ ਹੋਇਆ, ਇਹ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਆ ਇਹ ਕੰਪਲੈਕਸ ਹੈ ਜਿਹੜਾ ਬਣਿਆ ਔਰ ਖੂਬਸੂਰਤ ਹੈ, ਉਹਦਾ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਅਸੀਂ ਵੀ ਉਸ ਨੂੰ ਨੈਸ਼ਨਲ ਚੈਨਲਾਂ ਦੇ ਉੱਤੇ ਖਬਰਾਂ ਦੇ ਵਿੱਚ ਦੇਖਿਆ। ਉਹ ਤੇ ਜਿਹੜੀ ਹੈ ਐਡੇ ਵੱਡੇ ਹੈ ਕਿ ਕਈ ਸਿਨੇਮੇ ਅਗਰ ਇਕੱਠੇ ਕਰ ਦਿੱਤੇ ਜਾਣ ਤਾਂ ਉਹਦੇ ਵਿੱਚ ਇੱਕ ਜਿਹੜਾ ਥੀਏਟਰ ਬਣਿਆ ਤਾਂ ਕਿ ਇੰਨੀ ਜਨਤਾ ਉਸ ਦੇ ਵਿੱਚ ਬੈਠ ਕੇ ਇਕੱਠਾ ਕਿਸੇ ਵੀ ਤਰੀਕੇ ਦੇ ਪ੍ਰੋਗਰਾਮ ਨੂੰ ਦੇਖ ਸਕਦੀ ਹੈ। ਔਰ ਹੋਰ ਵੀ ਉਸ ਦੇ ਵਿੱਚ ਬਹੁਤ ਸਾਰੀਆਂ ਅਤੀ ਆਧੁਨਿਕ ਜਿਹੜੀਆਂ ਟੈਕਨੋਲੋਜੀ ਦੇ ਨਾਲ ਇਹ ਕੰਪਲੈਕਸ ਬਣਿਆ। ਸੋ ਇਸ ਕਰਕੇ ਉਸ ਨੂੰ ਕੰਪਲੈਕਸ ਨਾਮ ਨਹੀਂ, ਉਸ ਨੂੰ ਤਾਂ ਇੱਕ ਵੱਡਾ ਕੋਈ ਵੀ ਨਾਮ ਜਿਹੜਾ ਆ ਉਹ ਦਿੱਤਾ ਜਾ ਸਕਦਾ ਹੈ ਕਿ ਉਸ ਦੇ ਵਿੱਚ ਬਣਿਆ। ਰਹੀ ਗੱਲ ਜਿਹੜੀ ਗਾਰੰਟੀ ਦੇ ਬਾਰੇ ਤੁਸੀਂ ਗੱਲ ਕੀਤੀ, ਮੋਦੀ ਜੀ ਨੇ ਦਿੱਤੀ, ਇਹਦੇ 'ਚ ਆਮ ਹਿੰਦੁਸਤਾਨ ਦੇ ਨਾਗਰਿਕ ਨੂੰ ਵੀ ਪਤਾ ਹੈ ਕਿ ਦੂਰ ਤੱਕ ਹਜੇ ਨਰਿੰਦਰ ਮੋਦੀ ਜੀ ਦੀ ਕੋਈ ਵੀ ਜਿਹੜੀ ਹੈ ਘਾਟ ਨਜ਼ਰ ਨਹੀਂ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਤੈਅ ਹੈ ਗਾਰੰਟੀ ਕਿ ਨਰਿੰਦਰ ਮੋਦੀ ਜੀ ਹੀ ਪ੍ਰਧਾਨ ਮੰਤਰੀ ਬਣਨਗੇ। ਔਰ ਜਿਹੜੀ ਗਾਰੰਟੀ ਉਹਨਾਂ ਨੇ ਕੱਲ ਦਿੱਤੀ ਹੈ ਕਿ ਬਹੁਤ ਜਲਦ ਭਾਰਤ ਜਿਹੜਾ ਹੈ ਉਹ ਦੁਨੀਆ ਦੀ ਤੀਸਰੀ ਅਰਥ ਵਿਵਸਥਾ ਜਿਹੜੀ ਹੈ ਬਣਨ ਜਾ ਰਿਹਾ, ਉਸ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਸਿਰਫ ਕੀ ਹੈ ਕਿ ਬਸ ਜ਼ਮੀਨੀ ਸਤਰ ਦੇ ਉੱਤੇ ਇਸ ਦੇ ਲਈ ਥੋੜੀ ਜੀ ਹੋਰ ਮਿਹਨਤ ਦੀ ਲੋੜ ਹੈ ਤਾਂ ਕਿ ਜਿਸ ਤਰ੍ਹਾਂ ਦਾ ਵਿਜ਼ਨ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਔਰ ਬਾਕੀ ਸਮੁੱਚੀ ਟੀਮ ਦਾ ਹੈ, ਉਸ ਤਰ੍ਹਾਂ ਦਾ ਵਿਜ਼ਨ ਦੇ ਮੁਤਾਬਿਕ ਗਰਾਊਂਡ ਲੈਵਲ ਦੇ ਉੱਤੇ ਕੰਮ ਹੋਣੇ ਸ਼ੁਰੂ ਹੋ ਰਹੇ ਆ। ਲੇਕਿਨ ਉਹਦੇ ਵਿੱਚ ਥੋੜੀ ਜਿਹੀ ਤੇਜ਼ੀ ਹੋਰ ਆ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਹਿੰਦੁਸਤਾਨ, ਇਹ ਭਾਰਤ ਦੁਨੀਆ ਦੀ ਤੀਸਰੀ ਅਰਥ ਵਿਵਸਥਾ ਬਣੇ। ਉਸ ਦੇ ਨਾਲ ਸਾਡਾ ਹਰ ਨਾਗਰਿਕ ਜਿਹੜਾ ਹੈ ਉਹ ਖੁਸ਼ਹਾਲ ਹੋਵੇ, ਚਾਹੇ ਉਹ ਕਿਸੇ ਵੀ ਰਾਜ ਤੋਂ ਹੋਵੇ, ਕਿਸੇ ਵੀ ਜਗ੍ਹਾ ਤੋਂ ਹੋਵੇ। ਤੇ ਇਸ ਕਰਕੇ ਵਿਰੋਧੀ ਪਾਰਟੀਆਂ ਨੂੰ ਵੀ ਇਹ ਚਾਹੀਦਾ ਹੈ ਕਿ ਵਿਰੋਧ ਦੀ ਨੀਤੀ ਤਾਂ ਖੇਲਣ, ਆਪ ਸੱਤਾ ਦੇ ਵਿੱਚ ਆਉਣ ਦੇ ਲਈ ਕੋਸ਼ਿਸ਼ ਤਾਂ ਕਰਨ, ਲੇਕਿਨ ਨਿਚਲੇ ਸਤਰ ਦੀਆਂ ਜਿਹੜੀਆਂ ਉਹ ਹਰਕਤਾਂ ਜਾਂ ਉਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਕਰਨ ਜਿਹਦੇ ਵਿੱਚ ਦੇਸ਼ ਦੇ ਵਿੱਚ ਮੌਜੂਦਾ ਕੇਂਦਰ ਦੀ ਸਰਕਾਰ ਨੂੰ ਮਜਬੂਰ ਹੋ ਕੇ ਕੋਈ ਸਖਤ ਕਦਮ ਚੁੱਕਣਾ ਪਵੇ, ਜਿਸ ਦੇ ਨਾਲ ਫਿਰ ਲੋਕ ਕਹਿਣ ਕਿ ਇਹ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਤੇ ਇਸ ਕਰਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਲਈ ਔਰ ਭਾਰਤ ਵਰਸ਼ ਦੇ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਹਿੰਦੁਸਤਾਨ ਤੀਸਰੀ ਅਰਥ ਵਿਵਸਥਾ ਬਣਨ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੇ ਆ ਉਹ ਕਦਮ ਪੁੱਟ ਸਕੇ। ਜੀ ਕਮਰ ਮੰਜ਼ਲ ਜੀ, ਸੁਰੱਖਿਆ ਦੇ ਲਿਹਾਜ਼ ਨਾਲ, ਸੰਸਾਰ ਦੇ ਵਿੱਚ ਫੌਜੀ ਤਾਕਤ ਦੇ ਲਿਹਾਜ਼ ਨਾਲ ਇਹ ਜਿਹੜੀ ਸਵਦੇਸ਼ੀ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ, ਇਹਦੇ ਕੀ ਅਰਥ ਨਿਕਲਦੇ ਨੇ? ਕਿਉਂਕਿ ਦੂਜੇ ਪਾਸੇ ਗੱਲ ਕਰੀਏ, ਇਜ਼ਰਾਈਲ ਨਾਲ ਮਿਲ ਕੇ ਹਵਾਈ ਜਹਾਜ਼, ਜਿਹੜੇ ਲੜਾਕੂ ਜਹਾਜ਼ ਨੇ ਜਿਹੜੇ ਦੁਸ਼ਮਣ ਦੇ, ਉਹਨਾਂ ਨੂੰ ਮਾਰ ਗਿਰਾਉਣ ਵਾਸਤੇ ਇੱਕ ਵੱਖਰੀ ਪ੍ਰਣਾਲੀ ਵੀ ਤਿਆਰ ਹੋ ਚੁੱਕੀ ਹੈ। ਤੇ ਇੱਕ ਪਾਸੇ ਚੰਦਰਯਾਨ 3 ਜਿਹੜਾ ਉਹਦੇ ਨਾਲ ਚੰਦਰਨ ਦਾ ਜਿਹੜਾ ਮਾਪਿਆ ਜਾਊਗਾ, ਇਹ 'ਚ ਵੀ ਨਵੇਕਲੀ ਜਿਹੜੀ ਤਕਨੀਕ ਹੈ ਭਾਰਤ ਦੀ ਉਹ ਦੇਖਣ ਸਾਹਮਣੇ ਆਈ। ਦੁਨੀਆ ਬੜੀ ਹੈਰਾਨ ਹੈ ਤੇ ਕਹਿੰਦੇ ਜੀ ਇਹ ਸਵਦੇਸ਼ੀ ਮਿਜ਼ਾਈਲ ਰੱਖਿਆ ਪ੍ਰਣਾਲੀ ਜਿਹੜੀ ਵਿਕਸਿਤ ਹੁਣ ਕਰਨੀ ਹੈ, ਜਿਹਦਾ ਜ਼ਮੀਨ ਤੋਂ ਲੈ ਕੇ ਕਹਿੰਦੇ 30 ਪ੍ਰਣਾਲੀ ਇਹਨੂੰ ਦੱਸਿਆ ਜਾ ਰਿਹਾ। ਇਹ ਕੀ ਟੈਕਨੀਕਲ ਹੈ ਇਹ ਤਾਂ ਸ਼ਾਇਦ ਕੋਈ ਮਾਹਰ ਹੀ ਦੱਸ ਪਾਏਗਾ, ਪਰ ਕਿਵੇਂ ਦੇਖਦੇ ਹੋ ਭਾਰਤ ਇੱਕ ਨਵੇਂ ਆਯਾਮ ਵੱਲ ਵਧਦਾ ਜਾਪ ਰਿਹਾ? ਸੰਧੂ ਸਾਹਿਬ, ਇੱਕ ਗੱਲ ਬਿਲਕੁਲ ਕਲੀਅਰ ਆ ਕਿ ਹਿੰਦੁਸਤਾਨ ਪੂਰੀ ਤਰ੍ਹਾਂ ਸક્ષਮ ਕੰਟਰੀ ਬਣ ਚੁੱਕਾ ਆ। ਅੱਜ ਹਿੰਦੁਸਤਾਨ ਕਿਸੇ ਤੇ ਡਿਪੈਂਡ ਔਨ ਨਹੀਂ ਹੈਗਾ। ਨਹੀਂ ਤੇ ਪੁਰਾਣੇ ਸਮੇਂ 'ਚ ਅਸੀਂ ਦੇਖਦੇ ਹਾਂ ਗਲੋਬਲ ਮੇਕਓਵਰਸ ਕਿਤੋਂ ਮੰਗਾਉਣੀਆਂ ਪੈਂਦੀਆਂ ਸੀ ਤੇ ਵੱਖ-ਵੱਖ ਮਸੌਦਿਆਂ ਦੇ ਤਹਿਤ ਸਾਨੂੰ ਵਿਦੇਸ਼ਾਂ ਤੋਂ ਹਥਿਆਰਾਂ ਦੀ ਆਮਦ ਕਰਨੀ ਪੈਂਦੀ ਸੀਗੀ। ਸ਼੍ਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਦੇ ਵਿੱਚ ਦੇਸ਼ ਅੱਜ ਇੰਨਾ ਕੁ ਸક્ષਮ ਹੋ ਚੁੱਕਾ ਕਿ ਦੁਨੀਆ ਦਾ ਹਰ ਨਵੇਂ ਤੋਂ ਨਵਾਂ ਨਵੇਕਲਾ ਵੈਪਨ ਜਿਹੜਾ ਹਿੰਦੁਸਤਾਨ ਆਪਣੇ ਅੰਦਰ ਨਿਯਾਤ ਕਰ ਰਿਹਾ।
ਔਰ ਇਹ ਸਾਡੇ ਦੇਸ਼ ਵਾਸਤੇ ਬੜੇ ਮਾਣ ਦੀ ਔਰ ਸਨਮਾਨ ਦੀ ਗੱਲ ਹੈ ਕਿ ਅੱਜ ਅਸੀਂ ਕਿਸੇ ਤੇ ਡਿਪੈਂਡ ਨਹੀਂ, ਇੰਡੀਪੈਂਡੈਂਟ ਆ ਆਪਣੇ ਦੇਸ਼ ਦੀ ਸੁਰੱਖਿਆ ਨੂੰ ਲੈ ਕਰਕੇ। ਔਰ ਬਹੁਤ ਜਲਦ ਐਸਾ ਸਮਾਂ ਆਏਗਾ ਕਿ ਜਦੋਂ ਸਾਰਾ ਵਰਲਡ ਸਾਡੇ ਬਣਾਏ ਉਪਕਰਨ ਜਿਹੜੇ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਵਰਤਿਆ ਕਰੇਗਾ। ਔਰ ਇਹ ਦੇਸ਼ ਵਾਸਤੇ ਬੜੇ ਮਾਣ ਸਨਮਾਨ ਦੀ ਔਰ ਇਹ ਯੋਗ ਅਗਵਾਈ ਦੀ ਬਦੌਲਤ ਇਹ ਸਾਰਾ ਕੁਝ ਸੰਪੰਨ ਹੋ ਸਕਿਆ। ਤੇ ਅੱਜ ਦੇਸ਼ ਦਾ ਵੀ ਫਰਜ਼ ਬਣਦਾ ਵਾ ਕਿ ਜਿਸ ਵਿਅਕਤੀ ਨੇ ਅੱਜ ਦੇਸ਼ ਨੂੰ ਇਸ ਮਾਨ ਸਨਮਾਨ ਦਾ ਹੱਕਦਾਰ ਬਣਾਇਆ, ਤੇ ਅੱਜ ਦੇਸ਼ ਦਾ ਇਹ ਫਰਜ਼ ਬਣਦਾ ਕਿ ਉਹਨੂੰ ਉਹਦੇ ਰੂਪ ਦੇ ਵਿੱਚ ਇੱਕ ਤੋਹਫੇ ਦੇ ਰੂਪ ਦੇ ਵਿੱਚ ਦੁਬਾਰਾ ਤੋਂ ਦੁਬਾਰਾ ਉਹਨਾਂ ਨੂੰ ਮੁੜ ਤੋਂ ਚੁਣ ਕੇ ਇੱਕ ਤੋਹਫਾ ਦੇਵੇ। ਦੇਸ਼ ਦੇ ਵਾਸੀ ਵੀ ਅਸੀਂ ਉਹਨਾਂ ਨੂੰ ਤੋਹਫਾ ਦਈਏ ਕਿ ਤੁਸੀਂ ਸਾਡੇ ਦੇਸ਼ ਨੂੰ ਵਾਕਈ ਨੰਬਰ 1 ਦੀ ਸਥਿਤੀ ਤੇ ਲਿਜਾ ਸਕਦੇ ਹੋ। ਨਰਿੰਦਰ ਮੋਦੀ ਹੀ ਲਿਜਾ ਸਕਦੇ ਨੇ। ਤੇ ਮੇਰਾ ਇਹ ਮੰਨਣਾ ਕਿ ਉਹ ਦੇਸ਼ ਦੀ ਜਨਤਾ ਬੜੀ ਸਿਆਣੀ ਹੈ, ਇਹਨਾਂ ਨੂੰ ਤੋਹਫੇ ਦੇ ਰੂਪ ਦੇ ਵਿੱਚ ਦੁਬਾਰਾ ਸਰਕਾਰ ਦੇਗੀ। ਔਰ ਇਸੇ ਤਰ੍ਹਾਂ ਹੀ ਮੋਦੀ ਜੀ ਦੇਸ਼ ਦੀ ਤਰੱਕੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰਵਾਉਂਦੇ ਰਹਿਣਗੇ ਔਰ ਦੇਸ਼ ਜਿਹੜਾ ਵਾ ਆਸਮਾਨ ਨੂੰ ਛੂੰਹਦਾ ਨਜ਼ਰ ਆਏਗਾ ਦੁਨੀਆ ਦੀ ਸੁਪਰੀਮ ਪਾਵਰ ਦੇ ਰੂਪ 'ਚ। ਖਬਰ ਅਗਲੀ ਦੀ ਗੱਲ ਕਰਦੇ ਆ। ਇੱਕ ਖਬਰ ਜਿਹੜੀ ਹੈ ਇੱਕ ਖਾਸ ਧਾਰਮਿਕ ਕੱਟੜਤਾ ਦੇ ਨਾਲ ਵੀ ਜੁੜੀ ਹੋਈ ਹੈ, ਲੇਕਿਨ ਸਰਕਾਰਾਂ ਦੇ ਉਹਦੇ ਉੱਤੇ ਅਲੱਗ-ਅਲੱਗ ਰਵੱਈਏ ਸਾਹਮਣੇ ਆਉਂਦੇ ਨੇ। ਆਪਾਂ ਗੱਲ ਕਰਾਂਗੇ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਵਕਫ ਬੋਰਡ ਨੇ ਜਿਹੜਾ ਉਹਦਾ ਇਸਲਾਮ ਦਾ ਹੀ ਇੱਕ ਹਿੱਸਾ ਆ, ਜਿਹਨੂੰ ਆਪਾਂ ਕਹਿੰਦੇ ਅਹਿਮਦੀਆ ਭਾਈਚਾਰਾ। ਕਹਿੰਦੇ ਅਹਿਮਦੀਆ ਭਾਈਚਾਰੇ ਨੂੰ ਵਕਫ ਬੋਰਡ ਨੇ ਕਹਿ ਦਿੱਤਾ ਜੀ ਵੀ ਇਹ ਗੈਰ ਇਸਲਾਮਿਕ ਹੈ, ਉਹਨੂੰ ਇਸਲਾਮ ਤੋਂ ਬਾਹਰ ਕਰਨ ਦਾ ਇੱਕ ਫਤਵਾ ਜਿਹੜਾ ਉਹ ਜਾਰੀ ਕਰਤਾ, ਜਿਹਦੇ ਉੱਤੇ ਸਿਮਰਤੀ ਇਰਾਨੀ ਹੋਣਾ ਦਾ ਜਿਹੜੇ ਕਿ ਘੱਟ ਗਿਣਤੀਆਂ ਦੇ ਮਾਮਲਿਆਂ ਦੀ ਮੰਤਰੀ ਹੈ, ਉਹਨਾਂ ਦਾ ਬਿਆਨ ਆਇਆ ਕਿ ਇਸ ਤਰ੍ਹਾਂ ਦਾ ਜਿਹੜੀ ਅਧਿਕਾਰ ਆ ਉਹ ਕਿਸੇ ਨੂੰ ਵੀ ਨਹੀਂ ਹੈ। ਤੇ ਇਸ ਜਿਹੜਾ ਰੁਖ ਹੈ ਇਹਨਾਂ ਦਾ ਕੇਂਦਰ ਦਾ, ਉਹਦੇ ਉੱਤੇ ਅਹਿਮਦੀਆ ਭਾਈਚਾਰਾ ਜਿਹੜਾ ਪੰਜਾਬ ਦਾ, ਉਹਨੇ ਵੀ ਉਹਦਾ ਸਵਾਗਤ ਕੀਤਾ ਕਿ ਇਦਾਂ ਦੇ ਜਿਹੜੇ ਕੰਮ ਆ ਇਹ ਕਿਸੇ ਨੂੰ ਇੰਨੇ ਅਧਿਕਾਰ ਨਹੀਂ ਹੋਣੇ ਚਾਹੀਦੇ ਕਿ ਉਹ ਆਪਣੀ ਮਨਮਰਜ਼ੀ ਨਾਲ ਜੋ ਮਰਜ਼ੀ ਕਿਸੇ ਨੂੰ ਛੇਕੀ ਜਾਵੇ, ਜਿਹਨੂੰ ਮਰਜ਼ੀ ਬਾਹਰ ਕਰੀ ਜਾਵੇ, ਜਿਹਨੂੰ ਮਰਜ਼ੀ ਅੰਦਰ ਕਰੀ, ਕਿਸੇ ਅਦਾਰੇ ਨੂੰ ਇਹ ਅਧਿਕਾਰ ਨਹੀਂ ਹੈ। ਕਿਹੋ ਜਿਹੇ ਪ੍ਰਭਾਵ ਇਹਦੇ ਨਜ਼ਰ ਆਉਣਗੇ? ਮਹਿੰਦਰੋ ਜੀ ਕੀ ਲੱਗਦਾ? ਸੰਧੂ ਸਾਹਿਬ, ਇਹ ਬਿਲਕੁਲ ਠੀਕ ਗੱਲ ਹੈ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਕੋਈ ਕਿਸੇ ਵੀ ਕਮਿਊਨਿਟੀ ਨੂੰ ਇਹ ਗੱਲ ਕਹਿ ਦੇਵੇ ਕਿ ਇਹ ਗੈਰ ਧਾਰਮਿਕ ਹੈ ਜਾਂ ਗੈਰ ਕਮਿਊਨਿਟੀ ਦੇ ਵਿੱਚ ਇਸ ਦਾ ਕੋਈ ਯੋਗਦਾਨ ਨਹੀਂ ਹੈ ਜਾਂ ਕਮਿਊਨਿਟੀ ਦੇ ਵਿੱਚ ਇਸ ਦਾ ਕੋਈ ਹੱਕ ਨਹੀਂ ਹੈ। ਜਿਹੜਾ ਕੇਂਦਰ ਸਰਕਾਰ ਦੇ ਵਿੱਚ ਯੂਨੀਵਰਸਲ ਸਿਵਲ ਕੋਡ ਜਿਹੜਾ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ, ਉਹ ਇਸ ਦਾ ਹੀ ਹਿੱਸਾ ਹੈ। ਜਦੋਂ ਉਹ ਲਾਗੂ ਹੋ ਜਾਏਗਾ ਤਾਂ ਹਰ ਵਿਅਕਤੀ ਉਨਾ ਹੀ ਤਾਕਤਵਰ ਹੋਏਗਾ ਜਿੰਨਾ ਕਿ ਇੱਕ ਦੂਸਰਾ ਵਿਅਕਤੀ ਹੈ, ਚਾਹੇ ਉਹ ਕਿਸੇ ਵੀ ਧਰਮ ਤੋਂ ਹੋਵੇ, ਕਿਸੇ ਵੀ ਮਜ਼ਹਬ ਤੋਂ ਹੋਵੇ, ਕਿਉਂਕਿ ਉਸ ਦੇ ਵਿੱਚ ਆ ਕੇ ਕਿਸੇ ਦਾ ਵੀ ਕੋਈ ਧਾਰਮਿਕ ਜਿਹੜਾ ਆ ਉਹ ਹੱਕ ਜਿਹੜਾ ਹੈ ਕਿਸੇ ਨੂੰ ਬਰਖਾਸਤ ਕਰਨ ਦਾ ਜਾਂ ਕਿਸੇ ਨੂੰ ਸ਼ਾਮਿਲ ਕਰਨ ਦਾ ਨਹੀਂ ਰਹਿ ਜਾਂਦਾ। ਸੰਵਿਧਾਨਿਕ ਹੱਕ ਦੇ ਮੁਤਾਬਿਕ ਉਹ ਬੰਦਾ ਉਨੇ ਹੀ ਹੱਕਦਾਰ ਹੈ ਜਿੰਨਾ ਕਿ ਇੱਕ ਦੂਸਰਾ ਹੈ। ਫਿਰ ਉਹ ਆਪਣੀ ਉਸ ਦੀ ਮਨਸ਼ਾ ਹੈ ਕਿ ਉਹ ਜਿਸ ਮਜ਼ਹਬ ਦੀ ਵੀ ਮਰਜ਼ੀ ਪੂਜਾ ਅਰਚਨਾ ਕਰੇ, ਜਿਸ ਮਜ਼ਹਬ ਦੇ ਰੀਤੀ ਰਿਵਾਜਾਂ ਨੂੰ ਮੰਨੇ, ਉਸ ਦੇ ਨਾਲ ਉਸਦਾ ਕੋਈ ਵੀ ਲੈਣਾ ਦੇਣਾ ਨਹੀਂ ਰਹਿ ਜਾਂਦਾ। ਸੋ ਜੋ ਸਮ੍ਰਿਤੀ ਇਰਾਨੀ ਜੀ ਨੇ ਗੱਲ ਕਹੀ ਹੈ ਉਹ ਬਿਲਕੁਲ ਠੀਕ ਗੱਲ ਕਹੀ ਹੈ ਕਿ ਕਿਸੇ ਵੀ ਧਰਮ ਦੇ ਠੇਕੇਦਾਰ ਨੂੰ ਕਿਸੇ ਨੂੰ ਐਸਾ ਹੱਕ ਨਹੀਂ ਹੈ ਕਿ ਕੋਈ ਦੂਸਰੇ ਪੰਥ ਨੂੰ ਜਾਂ ਦੂਸਰੇ ਕਿਸੇ ਆਪਣੇ ਹੀ ਪੰਥ ਦੇ ਵਿੱਚ ਛੋਟੇ ਗਿਣਤੀ ਵਾਲੇ ਨੂੰ ਕੋਈ ਇਹ ਗੱਲ ਕਹਿ ਸਕੇ ਕਿ ਇਸ ਦੇ ਵਿੱਚ ਕੋਈ ਹੱਕ ਨਹੀਂ ਹੈ ਜਾਂ ਇਸ ਦਾ ਬਹੁਤ ਹੱਕ ਹੈ। ਸੋ ਇਸ ਕਰਕੇ ਇਹ ਬਿਲਕੁਲ ਠੀਕ ਹੈ। ਔਰ ਕਿਸੇ ਵੀ, ਚਾਹੇ ਉਹ ਮੁਸਲਿਮ ਕੌਮ ਕਮਿਊਨਿਟੀ ਹੈ, ਚਾਹੇ ਕੋਈ ਵੀ ਕਮਿਊਨਿਟੀ ਹੈ, ਇਸ ਹਿੰਦੁਸਤਾਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਕਿਸੇ ਨੇ ਏਦਾਂ ਹੀ ਗੱਲ ਕੀਤੀ ਭੜਕਾਉਣ ਵਾਲੀ, ਤਾਂ ਉਹ ਇੱਕ ਮੁਸਲਮਾਨ ਵਿਅਕਤੀ ਜਿਹੜਾ ਖੜਾ ਸੀ, ਉਸ ਬੰਦੇ ਨੇ ਬੜੇ ਖੁੱਲ੍ਹੇਆਮ ਗੱਲ ਕਹੀ, ਕਹਿੰਦਾ ਮੈਂ 1000 ਹਿੰਦੂਆਂ ਦੇ ਵਿੱਚ ਖੜਾ ਕੱਲਾ, ਇਸ ਤੋਂ ਵੱਧ ਹੋਰ ਸੁਰੱਖਿਆ ਕਹਿੰਦਾ ਮੈਨੂੰ ਕੀ ਚਾਹੀਦੀ ਹੈ ਇਸ ਤੋਂ ਬਾਅਦ। ਸੋ ਇਹੀ ਗੱਲ ਹੈ ਕਿ ਇਹ ਸਭ ਕੁਝ ਠੀਕ ਹੈ, ਕਿਸੇ ਨੂੰ ਵੀ ਇਸ ਗੱਲ ਦੇ ਉੱਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਔਰ ਅਗਰ ਕਿਸੇ ਦੇ ਨਾਲ ਕੋਈ ਠੇਕੇਦਾਰ, ਧਰਮ ਦਾ ਠੇਕੇਦਾਰ ਇਸ ਤਰ੍ਹਾਂ ਦੀ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਲਈ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਬਰਕਰਾਰ ਹੈ ਅੱਜ ਵੀ ਔਰ ਕੱਲ ਵੀ, ਤਾਂ ਕਿ ਉਹ ਆਪਣੀ ਜਿਹੜੀ ਹੈ ਬਣਦੇ ਹੱਕ ਕਾਨੂੰਨ ਦੇ ਥਰੂ ਵੀ ਲੈ ਸਕਦੇ ਨੇ। ਕਿਸੇ ਤਰ੍ਹਾਂ ਦੀ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੀ। ਕੰਵਰ ਮਜ਼ਲ ਜੀ, ਇਹਦੇ ਨਾਲ ਹੀ ਜੁੜੀ ਹੋਈ ਇੱਕ ਖਬਰ ਹੈ, ਕਿਉਂਕਿ ਗਿਆਨਵਾਪੀ ਮਸਜਿਦ ਜਿਹਨੂੰ ਕਹਿੰਦੇ ਆ ਕੰਪਲੈਕਸ ਏਰੀਆ, ਉੱਥੇ ਦੱਸਿਆ ਜਾਂਦਾ ਕਿ ਪਹਿਲੇ ਮੰਦਿਰ ਸੀ, ਉਹਦਾ ਸਰਵੇ ਹੋਣਾ ਆ ਪੁਰਾਤਤਵ ਵਿਭਾਗ ਵੱਲੋਂ, ਅਦਾਲਤਾਂ 'ਚ ਮਾਮਲਾ ਚੱਲ ਰਿਹਾ
ਤੇ ਉੱਥੇ ਹਾਈ ਕੋਰਟ ਦੇ ਵਿੱਚ ਕਹਿੰਦੇ ਬੁੱਧਵਾਰ ਨੂੰ ਸੁਣਵਾਈ ਹੋਈ 2 ਪੜਾਵਾਂ 'ਚ 4 ਘੰਟੇ। ਇਹਦੇ ਵਿੱਚ ਜਿਹੜਾ ਮਾਜਿਦ ਪੱਖ ਆ, ਇਹ ਦੱਸ ਰਿਹਾ ਕਿ ਮਾਜਿਦ ਹੀ ਆ ਉੱਥੇ, ਕਹਿੰਦੇ ਉਹਨਾਂ ਦਾ ਜਿਹੜਾ ਵਤੀਰੇ ਨੂੰ ਦੇਖਦੇ ਹੋਏ ਬੇਭਰੋਸਗੀ ਜਿਸ ਤਰ੍ਹਾਂ ਕਿ ਇਹਨਾਂ ਪ੍ਰਗਟ ਉਹ ਕਰ ਰਿਹਾ ਸੀ, ਉਹਨੂੰ ਦੇਖਦੇ ਹੋਏ ਕਹਿੰਦੇ ਬਿਆਨ ਉਹਨਾਂ ਦਾ ਇਹ ਗੱਲ ਕਹਿਣੀ ਪਈ, ਮਜਬੂਰ ਹੋ ਗਿਆ। ਕਹਿੰਦੇ ਵੀ ਜੇ ਤੁਹਾਨੂੰ ਸਾਡੇ ਉੱਤੇ ਕਿਸੇ ਉੱਤੇ ਭਰੋਸਾ ਨਹੀਂ ਹੈ, ਤੁਸੀਂ ਗੱਲ ਕਰੀ ਜਾਂਦੇ ਸਾਨੂੰ ਇਹ ਤੇ ਭਰੋਸਾ ਨਹੀਂ, ਸਾਨੂੰ ਉਹ ਤੇ ਭਰੋਸਾ ਨਹੀਂ, ਤਾਂ ਕਹਿੰਦੇ ਫਿਰ ਤੁਹਾਨੂੰ ਜਿਹੜਾ ਸਾਡਾ ਜਿਹੜਾ ਅਸੀਂ ਹੁਕਮ ਪਾਸ ਅਗਰ ਕਰਾਂਗੇ ਕੋਈ ਕੋਰਟ ਦੇ ਵਿੱਚੋਂ, ਤੇ ਉਹਦੇ ਉੱਤੇ ਭਰੋਸਾ ਜਿਹੜਾ ਤੁਸੀਂ ਕਿਵੇਂ ਕਰ ਪਾਓਗੇ? ਇਹ ਬੜਾ ਵੱਡਾ ਸਵਾਲ ਪੈਦਾ ਹੋ ਰਿਹਾ। ਇਹ ਜਿਹੜਾ ਇਸ ਵੇਲੇ ਲੀਡਰ ਅੱਗੇ ਲੱਗੇ ਹੋਏ ਨੇ ਮੁਸਲਿਮ ਭਾਈਚਾਰੇ ਦੇ, ਉਹ ਇਸ ਤਰ੍ਹਾਂ ਦੇ ਮਾਹੌਲ ਜਿਹੜਾ ਕਿਉਂ ਤਿਆਰ ਹੋ ਰਿਹਾ ਕਿ ਬੇਵਿਸ਼ਵਾਸੀ ਜਿਹੜੀ ਹੈ ਸਮੁੱਚੇ ਭਾਈਚਾਰੇ ਨੂੰ ਲੱਗਦਾ ਕਿ ਸਾਨੂੰ ਵਿਸ਼ਵਾਸ ਨਹੀਂ ਹੈ। ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਇੱਕ ਨਾ ਸਾਡੇ ਦੇਸ਼ ਦੇ ਵਿੱਚ ਇੱਕ ਪ੍ਰੋਪੇਗੈਂਡਾ ਚਲਾਇਆ ਗਿਆ ਕਿ ਭਾਜਪਾ ਮੁਸਲਿਮ ਵਿਰੋਧੀ ਪਾਰਟੀ ਹੈ। ਇਹ ਜਿਹੜਾ ਕਿ ਬਿਲਕੁਲ ਹੀ ਬਿਨਾਂ ਤੱਥਾਂ ਤੋਂ, ਬਿਨਾਂ ਬੇਵਾਜਬ ਜਿਹੜਾ ਮੁੱਦਾ ਹੈ, ਇਹਨੂੰ ਇੱਕ ਹਵਾ ਦਿੱਤੀ ਗਈ ਔਰ ਇਸ ਗੱਲ ਨੂੰ ਬੜਾ ਉਭਾਰ ਕੇ ਲਿਆਂਦਾ ਗਿਆ ਸਾਹਮਣੇ। ਮੈਂ ਕੁਝ ਤੱਥ ਤੁਹਾਡੇ ਨਾਲ ਡਿਸਕਸ ਕਰਨੇ ਚਾਹਾਂਗਾ। ਜਿਹੜੇ ਵੀ ਕੁਝ ਗਲਤ ਕਰਮ ਨੇ, ਅਗਰ ਉਹਦੇ ਤੇ ਕੋਈ ਅੰਕੁਸ਼ ਲਗਾਉਂਦਾ ਵਾ ਤੇ ਉਹ ਗੈਰ ਮਤਲਬ ਕਿ ਮੁਸਲਿਮ ਨਹੀਂ ਹੋ ਸਕਦਾ, ਜਾਂ ਗੈਰ ਮੁਸਲਿਮ ਧਰਮ ਦੇ ਅਗੇਂਸਟ ਨਹੀਂ, ਮੁਸਲਿਮ ਧਰਮ ਦੇ ਅਗੇਂਸਟ ਨਹੀਂ ਹੋ ਸਕਦਾ। ਜਿਵੇਂ 3 ਤਲਾਕ ਦੇ ਮਾਮਲੇ ਦੇ ਵਿੱਚ ਇਹ ਇੱਕ ਨਾਰੀ ਜਾਤੀ ਨਾਲ ਜੁੜੀ ਇੱਕ ਉਹ ਪ੍ਰਥਾ ਸੀਗੀ ਮੁਸਲਿਮ ਧਰਮ ਦੀ, ਜਿਹਦੇ ਨਾਲ ਨਾਰੀ ਜਾਤੀ ਦਾ ਬਹੁਤ ਵੱਡੇ ਲੈਵਲ ਤੇ ਤਿਰਸਕਾਰ ਕੀਤਾ ਜਾਂਦਾ ਸੀ। ਤੇ ਜੇ ਭਾਜਪਾ ਦੀ ਸਰਕਾਰ ਨੇ ਉਹਨੂੰ ਖਤਮ ਕੀਤਾ ਵਾ ਤੇ ਇਹ ਮੁਸਲਮਾਨਾਂ ਦੇ ਅਗੇਂਸਟ ਨਹੀਂ, ਮੁਸਲਮਾਨਾਂ ਦੇ ਹੱਕ ਦੇ ਵਿੱਚ ਹੀ ਇਹ ਫੈਸਲਾ ਆ। ਦੂਸਰੇ ਬੱਲੇ ਹੁਣ ਜਿਸ ਤਰ੍ਹਾਂ ਕਿ ਅਹਿਮਦੀਆਂ ਦੇ ਮਾਮਲੇ ਦੇ ਵਿੱਚ ਇੱਕ ਵਕਫ ਬੋਰਡ ਨੇ ਆਦੇਸ਼ ਜਾਰੀ ਕਰ ਦਿੱਤਾ ਕਿ ਮੁਸਲਿਮ ਪਾਰਟ ਹੀ ਨਹੀਂ, ਉਹ ਤੁਹਾਡੇ ਭਾਈ ਕਿੰਨੇ ਅਧਿਕਾਰ ਦੇਤਾ ਕਿ ਕਿਸੇ ਨੂੰ ਮੁਸਲਿਮ ਹੋਣ ਦਾ ਅਧਿਕਾਰ ਤੁਸੀਂ ਦੇਣਾ, ਕਿਸੇ ਨੂੰ ਨਹੀਂ ਦੇਣਾ। ਸੋ ਇਹ ਗੱਲਾਂ ਨੇ। ਭਾਜਪਾ ਦੀ ਸਰਕਾਰ ਮੁਸਲਿਮ ਕਿਸੇ ਵੀ ਧਰਮ ਦੇ ਖਿਲਾਫ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਔਰ ਨਾ ਹੀ ਉਹਨਾਂ ਦੇ ਏਜੰਡੇ ਦੇ ਵਿੱਚ ਇਹ ਚੀਜ਼ ਹੈਗੀ ਆ। ਹੁਣ ਆਪਾਂ ਗਿਆਨ ਵਿਆਪੀ ਦੀ ਗੱਲ ਕਰ ਰਹੇ ਸੀਗੇ ਵੀ ਗਿਆਨ ਵਿਆਪੀ ਦੇ ਵਿੱਚ ਉਹ ਕਹਿ ਰਹੇ ਜੇ ਸਾਡੀ ਮੁਸਲਿਮ ਦਰਗਾਹ ਹੀ ਆ, ਇਹਦੇ ਵਿੱਚ ਕੋਈ ਹਿੰਦੂ ਉਹ ਨਹੀਂ ਹੈਗਾ। ਉਹ ਭਾਈ ਜਦੋਂ ਪੁਰਾਤਤਵ ਵਿਭਾਗ ਵਾਲੇ ਉਹਦੀ ਜਾਂਚ ਕਰਨਗੇ ਤੇ ਜੋ ਸੱਚ ਹੈ ਉਹ ਸਾਹਮਣੇ ਆ ਜਾਏਗਾ। ਇੰਨੀ ਹੜਬੜਾਹਟ ਕਾਹਦੀ ਆ ਤੁਹਾਨੂੰ ਜਦੋਂ ਕੋਰਟ ਉਹਦੇ ਉੱਤੇ ਇਨਕੁਆਇਰੀ ਕਰ ਰਹੀ ਆ, ਤੁਹਾਡਾ ਪੱਖ ਸੁਣਿਆ ਜਾ ਰਿਹਾ, ਪਰ ਇੰਨੀ ਬੇਵਿਸ਼ਵਾਸਗੀ ਜਿਹੜੀ ਦਿਖਾਣੀ ਜਿਹੜੀ ਆ ਉਹ ਇਹੋ ਹੀ ਸਾਬਤ ਕਰਦੀ ਆ ਕਿ ਉਹ ਵਾਕਈ ਮੰਦਿਰ ਹੈ ਔਰ ਮੰਦਿਰ ਦੇ ਉੱਤੇ ਕਬਜ਼ਾ ਕਰਕੇ ਉਹਦੇ ਤੇ ਮਸਜਿਦ ਬਣਾਈ ਗਈ ਆ। ਔਰ ਇਹ ਕੋਈ ਦੋ ਰਾਮਾ ਨਹੀਂ। ਜਦੋਂ ਮੁਗਲ ਇੱਥੇ ਆਏ ਨੇ, ਮੁਗਲਾਂ ਨੇ ਆਣ ਕੇ ਸਾਡਾ ਜਿਹੜਾ ਗੌਰਵਮਈ ਇਤਿਹਾਸ ਹੈ ਉਹਨੂੰ ਤਹਿਸ ਨਹਿਸ ਕਰਕੇ ਆਪਣੀਆਂ ਮਸਜਿਦਾਂ ਬਣਾਈਆਂ, ਸਾਰਾ ਕੁਝ ਇਹ ਸਾਰਾ ਚੀਜ਼ ਸਾਹਮਣੇ ਆ। ਔਰ ਜਿਹੜੇ ਅੱਜ ਆਪਣੇ ਆਪ ਨੂੰ ਮੁਸਲਿਮ ਦੱਸ ਕੇ ਇਸ ਗੱਲ ਦੀ ਲੜਾਈ ਲੜ ਰਹੇ ਨੇ ਨਾ, ਉਹ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਜਿੰਨੀਆਂ ਵੀ ਅਰਬ ਕੰਟਰੀਜ਼ ਵੱਡੀ ਕੰਟਰੀਜ਼ ਨੇ ਉਹ ਤੁਹਾਨੂੰ ਮੁਸਲਿਮ ਹੀ ਨਹੀਂ ਮੰਨਦੀਆਂ। ਪਾਕਿਸਤਾਨ ਦੇ ਮੁਸਲਮਾਨ ਨੂੰ ਉਹ ਮੁਸਲਮਾਨ ਹੀ ਨਹੀਂ ਮੰਨਦੀਆਂ ਕਿਉਂਕਿ ਇਹ ਸਾਰੇ ਦੇ ਸਾਰੇ ਕਨਵਰਟਡ ਨੇ। ਜਦੋਂ ਮੁਗਲਾਂ ਨੇ ਆਣ ਕੇ ਸਾਡਾ ਧਰਮ ਪਰਿਵਰਤਨ ਕੀਤਾ ਤੇ ਇਹ ਉਹੀ ਜਿਹੜੇ ਧਰਮ ਪਰਿਵਰਤਨ ਵਾਲੇ ਮੁਸਲਮਾਨ ਨੇ ਉਹੀ ਮੁਸਲਮਾਨ ਨੇ। ਤੇ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਆਪਣਾ ਅਤੀਤ ਪਹਿਚਾਨੀਏ, ਸੱਚ ਨੂੰ ਪਹਿਚਾਨੀਏ। ਜੇ ਜੋ ਸੱਚ ਹੈ ਉਹਦੇ ਤੇ ਪਹਿਰਾ ਦੇਣਾ ਚਾਹੀਦਾ। ਜਦੋਂ ਜਾਂਚ ਹੋ ਰਹੀ ਹੈ ਤੇ ਜਾਂਚ ਤੇ ਫਿਰ ਵਿਸ਼ਵਾਸ ਕਰਨਾ ਵੀ ਸਿੱਖੀਏ ਨਾ। ਆਪਾਂ ਬੇਵਿਸ਼ਵਾਸੀ ਦਿਖਾਈ ਜਾਂਦੇ ਆ। ਕੋਈ ਉੱਠਦਾ ਕਹਿੰਦਾ ਜੀ ਅਹਿਮਦੀ ਹੈ ਮੁਸਲਮਾਨ ਨਹੀਂ, ਕੋਈ ਕਹਿੰਦਾ 3 ਤਲਾਕ ਗਲਤ ਹੈ ਜੀ। ਇਹ ਜਿਹੜੀਆਂ ਚੀਜ਼ਾਂ ਵਾ ਜਿਸ ਦੇਸ਼ 'ਚ ਅਸੀਂ ਰਹਿੰਦੇ ਹਾਂ ਉਹਦੇ ਕੁਝ ਕਾਨੂੰਨ, ਉਹਦੀਆਂ ਪ੍ਰਥਾਵਾਂ ਨੇ, ਉਹਨਾਂ ਨੂੰ ਮਾਨਤਾ ਦਿੰਦੇ ਹੋਏ ਅਸੀਂ ਉਹਦੀ ਮਾਨਤਾ ਨੂੰ ਸਵੀਕਾਰ ਕਰਦੇ, ਉਸ ਚੀਜ਼ ਦੇ ਉੱਤੇ ਚੱਲਣਾ ਚਾਹੀਦਾ ਵਾ। ਔਰ ਜੋ ਉਹਨਾਂ ਦੀ ਹੜਬੜਾਹਟ ਹੈ ਉਹ ਇਹ ਸਿੱਧ ਕਰਦੀ ਆ ਕਿ ਉਹ ਵਾਕਈ ਗਿਆਨ ਵਿਆਪੀ ਮੰਦਿਰ ਹੀ ਆ, ਉੱਥੇ ਉਹ ਮਸਜਿਦ ਨਹੀਂ ਹੈਗੀ। ਬਾਕੀ ਆਉਣ ਵਾਲੇ ਦਿਨਾਂ 'ਚ ਸੱਚ ਜਿਹੜਾ ਵਾ ਉਹ ਭਾਰਤ ਦੇਸ਼ ਦੇ ਸਾਹਮਣੇ ਸਾਰਾ ਆ ਹੀ ਜਾਏਗਾ ਜੀ। ਜਿਵੇਂ ਆਪਾਂ ਗੱਲ ਕੀਤੀ ਹੈ ਇਸਲਾਮ ਨਾਲ ਸੰਬੰਧਿਤ ਸਮੱਸਿਆਵਾਂ ਦੀ, ਤੇ ਏਦਾਂ ਦੀ ਖਬਰ ਪੰਜਾਬ ਦੇ ਲੁਧਿਆਣਾ ਤੋਂ ਆ ਰਹੀ ਹੈ। ਬੜੀ ਕਈ ਵਾਰ ਤਾਂ ਵਿੱਚ ਕਈ ਗੱਲਾਂ ਦੇ ਵਿੱਚ ਹਾਸਾ ਵੀ ਆਉਂਦਾ ਤੇ ਬੜੀ ਚਿੰਤਾ ਵੀ ਹੁੰਦੀ ਹੈ ਕਈ ਚੀਜ਼ਾਂ ਦੀ। ਕਹਿੰਦੇ ਇੱਕ ਸ਼ਿਵ ਸੈਨਾ ਆਗੂ ਹੈ, ਸ਼ਿਵ ਸੈਨਾ ਪੰਜਾਬ ਦਾ, ਆਪਣੇ ਆਪ ਨੂੰ ਆਗੂ ਦਾ 13 ਸਾਲਾਂ ਤੋਂ ਕਹਿੰਦੇ 13 ਸਾਲਾਂ ਤੋਂ ਉਹ ਭਗੌੜਾ ਸੀਗਾ ਕਾਗਜ਼ਾਂ 'ਚ ਚਾਕੂ ਰੱਖਣ ਦੇ ਦੋਸ਼ ਵਿੱਚ। ਪਰ ਦੇਖਿਆ ਕਿ ਪਿਛਲੇ ਲੰਬੇ ਅਰਸੇ ਤੋਂ ਉਹ ਸਿਕਿਉਰਿਟੀ ਲਈ ਫਿਰਦਾ ਸੀ ਪੰਜਾਬ ਪੁਲਿਸ ਦੀ। ਹੋਇਆ ਤਾਂ ਅਚਾਨਕ ਇਹ ਕਿ ਕਾਂਗਰਸ ਪਾਰਟੀ ਦਾ ਇੱਕ ਲੀਡਰ ਹੈ ਗੁਰਸਿਮਰਨ ਮੰਡ, ਉਹਦੇ ਵੱਲੋਂ ਜੋ ਖਾਲਿਸਤਾਨ ਦੇ ਖਿਲਾਫ, ਖਾਲਿਸਤਾਨ ਦੇ ਹੋਰ ਮੁੱਦਿਆਂ ਤੇ ਜਿਹੜੀ ਉਹ ਬਿਆਨਬਾਜ਼ੀ ਹੁੰਦੀ ਹੈ, ਉਹਨੂੰ ਦੇਖਦੇ ਉਹਦੀ ਸੁਰੱਖਿਆ ਜਿਹੜੀ ਵਾਈ ਸ਼੍ਰੇਣੀ ਦੀ ਕਰ ਦਿੱਤੀ ਗਈ। ਪਰ ਦੂਜੇ ਪਾਸੇ ਜਿਹੜੀ ਸੁਰੱਖਿਆ ਸ਼ਿਵ ਸੈਨਿਕਾਂ ਦੀ ਹੈ ਉਹ ਘਟਾ ਦਿੱਤੀ ਗਈ। ਕਹਿੰਦੇ ਇੱਕ ਸ਼ਿਵ ਸੈਨਾ ਲੀਡਰ ਸੀਗਾ ਇਹ ਹੇਮੰਤ ਠਾਕੁਰ, ਉਹਦੇ 2 ਗਨਮੈਨ ਸੀ, ਕਿਤੇ 1 ਗਨਮੈਨ ਵਾਪਸ ਲੈ ਲਿਆ ਤੇ ਉਹ ਪ੍ਰਦਰਸ਼ਨ ਕਰਨ ਚਲਾ ਗਿਆ ਸੀਪੀ ਆਫਿਸ ਦੇ ਬਾਹਰ ਨਾਲ ਸਾਥੀਆਂ ਨੂੰ ਲੈ ਕੇ।
ਉੱਥੇ ਕਹਿੰਦੇ ਸਾਡਾ ਰਿਵਿਊ ਕਰੋ ਜੀ, ਅਸੀਂ ਆਪਣੀ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਤੇ ਪੁਲਿਸ ਨੇ ਸੱਚਮੁੱਚ ਜਾਂਚ ਕਰ ਲਈ। ਜਦੋਂ ਜਾਂਚ ਕੀਤੀ ਪਤਾ ਲੱਗਾ ਵੀ 13 ਸਾਲ ਪਹਿਲਾਂ ਇਹਦੇ ਉੱਤੇ ਤਾਂ ਪਰਚਾ ਦਰਜ ਹੋ ਚੁੱਕਾ ਚਾਕੂ ਰੱਖਣ ਦਾ, ਤੇ ਉਹਦੇ ਵਿੱਚ ਉਹਨੂੰ ਫਿਰ ਉਸ ਜਿਹੜਾ ਇਹ ਸ਼ਿਵ ਸੈਨਾ ਦਾ ਲੀਡਰ ਬਣੀ ਫਿਰਦਾ ਸੀ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਤਾ ਗਿਆ। ਕਿਵੇਂ ਦੇਖਦੇ ਹੋ ਸੰਧੂ ਸਾਹਿਬ, ਇਸ ਗੱਲ ਦੇ ਵਿੱਚ ਦੇਖਿਆ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੀ ਵੀ ਇਹ ਨਾਲਾਇਕੀ ਹੈ ਕਿ ਅਗਰ ਕਿਸੇ ਵੀ ਬੰਦੇ ਨੂੰ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਲੀਡਰ ਹੈ, ਅਗਰ ਉਸ ਨੂੰ ਜਦੋਂ ਵੀ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਉਸ ਦਾ ਪਿਛੋਕੜ ਵੀ ਜ਼ਰੂਰ ਜਾਂਚ ਕੀਤੀ ਜਾਂਦੀ ਹੈ, ਔਰ ਉਸ ਦਾ ਜਿਹੜਾ ਰਿਕਾਰਡ ਹੈ ਥਾਣਿਆਂ ਤੋਂ ਪੀਸੀਸੀ ਵਗੈਰਾ ਵੀ ਜਿਹੜੀ ਹੈ ਅਕਸਰ ਲਈ ਜਾਂਦੀ ਹੈ, ਔਰ ਇਲਾਕੇ ਦੇ ਜਿਹੜੇ ਥਾਣੇ ਆ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਉਹ ਜ਼ਰੂਰ ਉੱਚ ਪੜਤਾਲ ਹੁੰਦੀ ਹੈ, ਔਰ ਜਿਹੜੇ ਲੀਡਰਸ ਹੁੰਦੇ ਨੇ ਉਹਨਾਂ ਦੇ ਬਾਰੇ ਜਿਹੜੀ ਹੈ ਏਰੀਆ SHO ਜਿਹੜਾ ਹੈ ਆਪਣੇ ਸੀਨੀਅਰ ਅਫਸਰਾਂ ਨੂੰ ਅਕਸਰ ਜਿਹੜੀ ਹੈ ਇਨਪੁਟ ਆਊਟਪੁੱਟ ਦਿੰਦੇ ਹਨ ਕਿ ਇਹਨਾਂ ਦੀ ਕੀ ਰਵੱਈਆ ਹੈ ਔਰ ਕਿਸ ਤਰ੍ਹਾਂ ਦਾ ਹੈ। ਔਰ ਅਗਰ ਪੁਲਿਸ ਦੇ ਵਿੱਚ ਉਸ ਆਦਮੀ ਦੇ ਉੱਤੇ 13 ਸਾਲ ਪਹਿਲਾਂ ਇੱਕ ਕੇਸ ਦਰਜ ਸੀ, ਉਹ ਕੇਸ ਕਿਉਂ ਲੁਕਿਆ ਰਹਿ ਗਿਆ? ਅਗਰ ਪੁਲਿਸ ਦੇ ਵਿੱਚ ਉਹ ਕੇਸ ਜਦੋਂ ਕੋਰਟ ਦੇ ਵਿੱਚ ਪਹੁੰਚਿਆ ਤਾਂ ਹੀ ਉਹ ਉੱਥੇ ਜਿਹੜਾ ਆ ਭਗੌੜਾ ਕਰਾਰ ਦਿੱਤਾ ਗਿਆ ਮਾਨਯੋਗ ਕੋਰਟ ਦੇ ਵੱਲੋਂ, ਲੇਕਿਨ ਉਸ ਤੋਂ ਬਾਅਦ ਪੀਓ ਸਟਾਫ ਦੇ ਕੋਲ ਵੀ ਰਿਕਾਰਡ ਜਾਂਦਾ ਹੈ, ਫਿਰ ਥਾਣਿਆਂ ਦੇ ਵਿੱਚ ਵੀ ਜਿਹੜਾ ਏਰੀਆ ਵਾਈਜ਼ ਤਕਰੀਬਨ ਰਿਕਾਰਡ ਜਾਂਦਾ ਹੈ, ਲੇਕਿਨ ਉਹ ਜਿਹੜਾ ਰਿਕਾਰਡ ਹੈ ਉਹ ਅੱਜ ਤੱਕ ਕਿਉਂ ਦਬਿਆ ਰਿਹਾ? ਕਿ ਉਸ ਦੇ ਵਿੱਚ ਕੋਈ ਰਾਜਨੀਤਿਕ ਪ੍ਰਭਾਵ ਸੀ ਜਾਂ ਉਹ ਪੁਲਿਸ ਦੀ ਨਲਾਇਕੀ ਸੀ? ਇਹ ਗੱਲ ਜਿਹੜੀ ਹੈ ਪ੍ਰਸ਼ਾਸਨ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਤੇ ਦੂਸਰੀ ਰਹੀ ਗੱਲ ਕਿ ਸਿਕਿਉਰਿਟੀ ਕਿਸੇ ਨੂੰ ਵੀ ਦੇਣੀ ਜਾਂ ਨਾ ਦੇਣੀ, ਇਹ ਜਿਹੜੀ ਸਿਕਿਉਰਿਟੀ ਬ੍ਰਾਂਚ ਹੈ ਇਹ ਉਸ ਦਾ ਕੰਮ ਹੈ, ਉਹ ਰਿਵਿਊ ਕਰਦੇ ਨੇ ਸਮੇਂ ਦੇ ਉੱਤੇ, ਫਿਰ ਜਿਸ ਤਰੀਕੇ ਦਾ ਵੀ ਹੋਇਆ ਉਹ ਬਣਦਾ ਹੈ। ਜਿਸ ਨੂੰ ਜ਼ਰੂਰਤ ਹੈ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ, ਔਰ ਜਿਸ ਨੂੰ ਨਹੀਂ ਜ਼ਰੂਰਤ ਉਸ ਦੀ ਅਗਰ ਸੁਰੱਖਿਆ ਘਟਾ ਦਿੱਤੀ ਜਾਵੇ ਤਾਂ ਕੋਈ ਏਡੀ ਗੱਲ ਨਹੀਂ ਹੈ। ਪਰ ਇਹ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਹਜ਼ਾਰਾਂ ਕੇਸ ਦੱਬੇ ਹੋਣਗੇ। ਪਿੱਛੇ ਜੇ ਵੀ ਯਾਦ ਹੋਏਗਾ ਤੁਹਾਨੂੰ, ਜਦੋਂ ਜੇਲ੍ਹ ਤੋਂ ਇੱਕ ਕੈਦੀ ਭੱਜ ਗਿਆ ਤਾਂ ਫਿਰ ਉੱਥੋਂ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਇੰਨੇ ਮਹੀਨੇ ਪਹਿਲਾਂ ਮੇਲ ਪਾਈ ਹੋਈ ਸੀ, ਲੇਕਿਨ ਪੁਲਿਸ ਪ੍ਰਸ਼ਾਸਨ ਨੇ ਉਸ ਮੇਲ ਨੂੰ ਨਹੀਂ ਦੇਖਿਆ। ਸੋ ਇਹਨਾਂ ਚੀਜ਼ਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਰੱਖਣ ਦੀ ਗੱਲ ਹੈ, ਲੋੜ ਹੈ। ਹਾਂ ਬਿਲਕੁਲ ਜੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਉਹਨਾਂ ਦਾ ਵੀ ਬਿਆਨ ਹੈ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਭਾਈ ਇਹਨੂੰ ਸਿਕਿਉਰਿਟੀ ਕਿਵੇਂ ਜਿਹੜੀ ਦੇ ਦਿੱਤੀ ਗਈ, ਉਹਨੂੰ ਸੁਰੱਖਿਆ 'ਚ ਰੱਖਦੇ ਗਏ ਆ, ਉਹ ਕਹਿੰਦੇ ਜੀ ਸਿਕਿਉਰਿਟੀ ਤਾਂ ਅਦਾਲਤਾਂ ਦੇ ਆਰਡਰ ਉੱਤੇ ਮਿਲ ਜਾਂਦੀ ਹੈ, ਚਾਹੇ ਕੋਈ ਕ੍ਰਿਮੀਨਲ ਵੀ ਹੋਵੇ ਉਹਦੀ ਜਾਨ ਦੀ ਰਖਵਾਲੀ ਕਰਨ ਵਾਸਤੇ ਜਿਹੜੀ ਹੈ ਸਿਕਿਉਰਿਟੀ ਮਿਲ ਜਾਂਦੀ ਹੈ। ਪਰ ਅਸਲੀ ਸਵਾਲ ਇਹ ਹੈ ਕਿ ਇੰਨੇ ਸਾਲ ਜਿਹੜੇ ਆ ਹੋ ਗਏ ਆ ਤੇ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ? ਵੱਡਾ ਸਵਾਲ ਇਹ ਹੈ। ਕਮਰ ਮੰਜ਼ਲ ਜੀ, ਤੁਸੀਂ ਕਿਵੇਂ ਦੇਖਦੇ ਇਸ ਮੁੱਦੇ ਨੂੰ? ਸੰਧੂ ਸਾਹਿਬ, ਮੈਂ ਸਰਕਾਰ ਨੂੰ ਇੱਕ ਸਲਾਹ ਦੇਣੀ ਚਾਹਾਂਗਾ ਇਸ ਸਾਰੇ ਮਸਲੇ ਦੇ ਵਿੱਚ। ਇਹ ਜਿੰਨੇ ਵੀ ਥ੍ਰੈਟ ਬੇਸਿਸ ਦੇ ਉੱਤੇ ਜਿੰਨੇ ਵੀ ਸਿਕਿਉਰਿਟੀ ਲੈਣ ਵਾਲੇ ਸਾਡੇ ਸੱਜਣ ਨੇ, ਖਾਸ ਕਰ ਸ਼ਿਵ ਸੈਨਾ ਨਾਲ ਜੁੜੇ ਜਾਂ ਹੋਰ ਵੀ ਕੋਈ ਜਿਹੜੇ ਵੀ ਸੰਗਠਨਾਂ ਨਾਲ ਜੁੜੇ, ਜਿਹੜੇ ਮਤਲਬ ਕਿ ਸਿਕਿਉਰਿਟੀ ਲੈਣਾ ਆਪਣਾ ਪ੍ਰਾਥਮਿਕਤਾ ਸਮਝਦੇ ਨੇ, ਜਿਨ੍ਹਾਂ ਦਾ ਏਜੰਡਾ ਹੀ ਸਿਰਫ ਸਿਕਿਉਰਿਟੀ ਹੈ, ਉਹਨਾਂ ਵਾਸਤੇ ਸਰਕਾਰ ਇੱਕ ਸੇਫ ਹਾਊਸ, ਜੇਲ੍ਹ ਤੋਂ ਵਧੀਆ ਕੋਈ ਸੇਫ ਹਾਊਸ ਨਹੀਂ ਹੁੰਦਾ। ਇਹਨਾਂ ਸਾਰਿਆਂ ਨੂੰ, ਮੇਰੇ ਵੀਰਾਂ ਨੂੰ, ਇੱਕ ਸੇਫ ਹਾਊਸ ਦੇ ਵਿੱਚ ਬੰਦ ਕਰ ਦਿੱਤਾ ਜਾਣਾ ਚਾਹੀਦਾ, ਜਿੱਥੇ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ। ਮੇਰਾ ਇਹ ਮੰਨਣਾ ਵਾ ਕਿ ਜਿਹੜਾ ਇੱਕ ਮੁਲਾਜ਼ਮ ਹੈ ਉਹਦੀ 60 ਤੋਂ 70,000 ਰੁਪਏ ਮਹੀਨੇ ਦੀ ਤਨਖਾਹ ਆ, 6 ਮੁਲਾਜ਼ਮ ਨੇ, ਇਹਨਾਂ ਨੂੰ ਘੱਟੋ ਘੱਟ 3 4 ਲੱਖ ਰੁਪਏ ਮਹੀਨੇ ਦਾ ਸਰਕਾਰਾਂ ਦੇ ਉੱਤੇ ਬੋਝ ਪੈ ਰਿਹਾ ਇਹਨਾਂ ਲੋਕਾਂ ਦੀ ਸਿਕਿਉਰਿਟੀ ਨੂੰ ਸਿਕਿਉਰ ਕਰਨ ਵਾਸਤੇ। ਤੇ ਮੇਰਾ ਮੰਨਣਾ ਜ਼ਿਲ੍ਹਾ ਵਾਈਜ਼ ਇੱਕ ਸੇਫ ਹਾਊਸ ਬਣਾ ਦੇਣਾ ਚਾਹੀਦਾ ਵਾ, ਔਰ ਉਸ ਸੇਫ ਹਾਊਸ ਦੇ ਇੱਕ ਕਮਰੇ 'ਚ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਬਾਹਰ ਇੱਕ ਗਾਰਡ ਬਿਠਾ ਦੇਣਾ ਚਾਹੀਦਾ, ਜਿੱਥੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਹੋਵੇ। ਤੇ ਬਾਕੀ ਸਾਰੇ ਕੰਮ ਕਰਨ ਦੀ, ਜੋ ਵੀਡੀਓ ਬਣਾਉਣੀ ਆ, ਜੋ ਰੋਲਾ ਪਾਣਾ ਜਾਂ ਲੋਕਾਂ ਨੂੰ ਗੁੰਮਰਾਹ ਕਰਨਾ, ਜੋ ਇਹਨਾਂ ਦਾ ਧੰਦਾ ਉਹਦੇ 'ਚ ਲੱਗੇ ਰਹਿਣ। ਪਰ ਇਹਨਾਂ ਨੂੰ ਪਬਲਿਕ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਹਨਾਂ ਦੀ ਜਾਨ ਵੀ ਬਚੀ ਰਹੇਗੀ ਤੇ ਆਪਣੇ ਕਰਮ ਵੀ ਕਰਦੇ ਰਹਿਣਗੇ। ਜਿਸ ਤਰੀਕੇ ਦੇ ਨਾਲ ਇਹ ਗਨਮੈਨ ਕਲਚਰ ਅਪਣਾ ਕੇ ਇੱਥੇ ਸਾਡੇ ਵੀ ਕਈ ਇੱਥੇ ਵਿਚਾਰੇ ਨੇਤਾ ਐਸੇ ਸ਼ਿਵ ਸੈਨਾ ਦੇ ਹੈਗੇ ਨੇ ਜਿਨ੍ਹਾਂ ਦਾ ਏਜੰਡਾ ਸਿਰਫ ਸਿਕਿਉਰਿਟੀ ਲੈ ਕੇ ਗਨਮੈਨਾਂ ਦੀ ਦਬਿਸ਼ ਦਿਖਾਣੀ, ਉਹ ਫਲਾਣੇ ਦੇ ਕੋਲ ਜਾ ਕੇ ਦਬਕੇ ਮਾਰਦੇ, ਧਮਕਾਣੇ ਨੂੰ ਜਾ ਕੇ ਦਬਕੇ ਮਾਰੋ, ਇਸੇ ਧੰਦੇ ਦੇ, ਔਰ ਇਹਦੇ ਤੋਂ ਉਹਨਾਂ ਦੀ ਰੋਟੀ ਵੀ ਚੱਲਦੀ ਆ। ਇੱਥੇ ਮੇਰੇ ਇੱਕ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਉਹ ਇੱਥੇ ਬੱਸਾਂ ਦਾ ਕਾਰੋਬਾਰ ਕਰਦੇ ਨੇ, ਉਹਦੇ 2 ਨੰਬਰ ਦਾ ਧੰਦਾ ਸਾਰਾ ਉਹਨਾਂ ਨੇ ਗਨਮੈਨਾਂ ਦੇ ਸਿਰ ਤੇ ਸੈਟਲ ਕਰਦਾ ਔਰ ਬੜੇ ਵੱਧ ਪੈਸੇ ਕਮਾਏ ਨੇ।
ਔਰ ਕਈ ਤਰੀਕੇ ਦੇ ਇਹੋ ਜਿਹੇ ਤੁਹਾਨੂੰ ਮੈਂ ਘਟਨਾਕ੍ਰਮ ਦਿਖਾ ਦਿਆਂਗਾ ਕਿ ਜਿਹੜੇ ਸਿਕਿਉਰਿਟੀ ਦੀ ਆੜ ਦੇ ਵਿੱਚ ਮਾੜੇ ਚੰਗੇ ਸਾਰੇ ਕੰਮ ਕਰੀ ਜਾਂਦੇ ਨੇ। ਤੇ ਮੇਰੀ ਇਹ ਸਰਕਾਰ ਨੂੰ ਰਾਏ ਆ ਕਿ ਇਹੋ ਜਿਹੇ ਸੱਜਣਾ ਦੀ ਜਾਨ ਦੀ ਕੀਮਤ ਬਹੁਤ ਕੀਮਤੀ ਹੈ ਔਰ ਇਹਨਾਂ ਨੂੰ ਖੁੱਲੇ ਛੱਡਣਾ, ਸ਼ਰੇਆਮ ਬਾਜ਼ਾਰਾਂ 'ਚ ਫਿਰਨਾ ਮਨਾ ਕਰਾ ਕੇ ਇਹਨਾਂ ਨੂੰ ਸੇਫ ਹਾਊਸਿਸ ਦੇ ਵਿੱਚ ਬੰਦ ਕਰ ਦਿਓ। ਇਹ 2-2 4-4 ਮਹੀਨੇ ਅੰਦਰ ਰੱਖੋ ਤੇ ਦੇਖਿਓ ਤੁਸੀਂ ਸਭ ਨੇ ਸਿਕਿਉਰਿਟੀਆਂ ਛੱਡ ਦੇਣੀਆਂ, ਕਿਸੇ ਦੀ ਸਿਕਿਉਰਿਟੀ ਦੀ ਇੱਛਾ ਨਹੀਂ ਰਹੇਗੀ। ਇਹ ਸਾਰੇ ਹੀ ਡਰਾਮੇਬਾਜ਼ ਨੇ। ਇਹਨਾਂ ਦਾ ਸਮਾਜ ਦੇ ਪ੍ਰਤੀ ਇਹ ਜਿੰਨੇ ਵੀ ਇਹੋ ਜਿਹੇ ਮੇਰੇ ਭਰਾ ਨੇ ਧਰਮ ਦੀ ਆੜ ਦੇ ਵਿੱਚ ਜਾਂ ਇਹਨਾਂ ਦੀ ਧਾਰਮਿਕ ਪ੍ਰਵਿਰਤੀ ਦੇਖੋ ਕੀ ਆ, ਧਰਮ ਦੀ ਖਾਤਰ ਇਹਨਾਂ ਨੇ ਕੀਤਾ ਕੀ ਆ, ਜਿਸ ਚੀਜ਼ ਦੇ ਨਾਮ ਦੇ ਉੱਤੇ ਸਿਕਿਉਰਿਟੀ ਲੈਂਦੇ ਨੇ ਉਹਦੇ ਪ੍ਰਤੀ ਇਹਨਾਂ ਦੀ ਦੇਣ ਕੀ ਆ, 0। ਬਟ ਗਨਮੈਨ 6-6 8-8 ਇਹਨਾਂ ਨੂੰ ਚਾਹੀਦੇ ਨੇ। ਉਸ ਲੜਾਈ ਦੇ ਵਿੱਚ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਕੇ, ਝੂਠੇ ਥ੍ਰੈਟ ਲੈਟਰਾਂ ਪਵਾ ਕੇ, ਕਈ ਕੁਝ ਕਰਾ ਕੇ, ਕੋਟਾਂ ਦਾ ਓਟ ਆਸਰਾ ਲੈ ਕੇ। ਤੇ ਮੇਰੀ ਇਹ ਸਰਕਾਰ ਨੂੰ ਇੱਕ ਸਲਾਹ ਵੀ ਮਸ਼ਵਰਾ ਵੀ ਆ ਕਿ ਮੇਰੇ ਸਾਰੇ ਸਤਿਕਾਰਯੋਗ ਵੀਰਾਂ ਨੂੰ ਇੱਕ ਸੇਫ ਹਾਊਸ ਦੇ ਵਿੱਚ ਰੱਖ ਕੇ ਇਹਨਾਂ ਦੀ ਜਾਨ ਮਾਲ ਦੀ ਵਧੀਆ ਤਰੀਕੇ ਨਾਲ ਰਾਖੀ ਕੀਤੀ ਜਾਵੇ। ਤੇ ਮੇਰੇ ਹਿਸਾਬ ਨਾਲ ਸਰਕਾਰਾਂ ਦਾ ਕਰੋੜਾਂ ਅਰਬਾਂ ਰੁਪਈਆ ਬਚ ਸਕਦਾ ਅਗਰ ਇਹਨਾਂ ਨੂੰ ਸੇਫ ਹਾਊਸਿਸ ਦੇ ਵਿੱਚ ਰੱਖ ਲਿਆ ਜਾਵੇ। ਇਹਨਾਂ ਦੀਆਂ ਜਾਨਾਂ ਵੀ ਬਚ ਜਾਣਗੀਆਂ ਔਰ ਦੇਸ਼ ਦਾ ਖਰਚਾ ਵੀ ਬਚ ਜਾਏਗਾ। ਇਹ ਮੇਰੀ ਰਾਏ ਹੈ ਜੀ। ਮਹਿੰਦਰੋ ਜੀ ਵੀ ਮੰਦ ਮੁਸਕਰਾ ਰਹੇ ਨੇ ਗੱਲਾਂ ਸੁਣ ਕੇ। ਕੀ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜਾ ਇੱਕ ਸੰਭਵ ਹੈ ਕਿ ਭਾਈ ਇੱਕ ਏਦਾਂ ਦਾ ਏਰੀਆ ਬਣਾ ਲਓ ਜਿੱਥੇ ਸਜ਼ਾ ਵਾਲੇ ਨਹੀਂ ਹੈ ਤੇ ਘੱਟੋ ਘੱਟ ਕਹਿੰਦੇ ਵੀ ਨਜ਼ਰਬੰਦ ਕਰਤਾ ਜਾਵੇ ਤੇ ਲਓ ਜੀ ਅਸੀਂ ਸਿਕਿਉਰਿਟੀ ਸਾਰਿਆਂ ਨੂੰ ਇੱਕ ਵਾਰੀ ਦੇਤੀ ਆ ਤੇ ਜਿਹਨੂੰ ਸੁਰੱਖਿਆ ਕੇ ਬਾਹਰ ਖਤਰਾ। ਮਹਿੰਦਰੋ ਜੀ ਅਗਰ ਹੋ ਜਾਵੇ ਤਾਂ ਅੱਛੀ ਗੱਲ ਹੈ ਤੇ ਪਰ ਇਹ ਸੰਭਵ ਨਹੀਂ ਹੈ ਤੇ ਇਸ ਕਰਕੇ ਪਰ ਜਿਹੜੀ ਗੱਲ ਮੰਜ਼ਲ ਸਾਹਿਬ ਦੀ ਮੈਂ ਇਹਨਾਂ ਦੀ ਜੋ ਭਾਵਨਾ ਸਮਝਦਾ ਹਾਂ ਇਹ ਸਮਝਦਾ ਕਿ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਇਹ ਖਾਲੀ ਇਕੱਲੇ ਸ਼ਿਵ ਸੈਨਾ ਦੀ ਆਪਾਂ ਗੱਲ ਨਹੀਂ ਕਰਦੇ, ਕਿਸੇ ਵੀ ਸੰਸਥਾ ਦੇ ਨਾਲ ਜੁੜੇ ਹੋਏ ਜਿਹੜੇ ਵੀ ਲੋਕ ਨੇ, ਜਿਹੜੇ ਵੀ ਸੁਰੱਖਿਆ ਦੀ ਮੰਗ ਕਰਦੇ ਨੇ, ਉਹਨਾਂ ਦੇ ਪਿਛੋਕੜ ਨੂੰ ਜ਼ਰੂਰ ਦੇਖਿਆ ਜਾਵੇ ਔਰ ਉਹਨਾਂ ਦੇ ਜੋ ਪ੍ਰੈਜ਼ੈਂਟ ਕੀਤੇ ਹੋਏ ਕੰਮ ਨੇ ਉਹਨਾਂ ਨੂੰ ਜ਼ਰੂਰ ਧਿਆਨ 'ਚ ਰੱਖਦੇ ਹੋਏ ਇਹਦਾ ਜਿਹੜਾ ਰਿਵਿਊ ਕਰਕੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕੁਛ ਨਾ ਕੁਛ ਉਸ ਦਾ ਖਰਚਾ ਵੀ ਪਾਇਆ ਜਾਵੇ। ਹਾਂ, ਜਿਨ੍ਹਾਂ ਨੂੰ ਤਾਂ ਸਿਕਿਉਰਿਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿਨ੍ਹਾਂ ਦੀ ਵਾਕਈ ਕਿਸੇ ਨਾ ਕਿਸੇ ਕਾਰਨ ਸੁਰੱਖਿਆ ਦੀ ਲੋੜ ਹੈ, ਉਹਨਾਂ ਨੂੰ ਤਾਂ ਸੁਰੱਖਿਆ ਦਿੱਤੀ ਜਾਵੇ। ਪਰ ਜਿਹੜੇ ਸੁਰੱਖਿਆ ਦੀ ਆਪ ਇਸ ਤਰੀਕੇ ਨਾਲ ਮੰਗ ਕਰਦੇ ਨੇ, ਕੁਝ ਖਰਚਾ ਜਿਹੜਾ ਆ ਉਹਨਾਂ ਦੇ ਉੱਤੇ ਪਾਇਆ ਜਾਵੇ ਤਾਂ ਕਿ ਉਹਨਾਂ ਨੂੰ ਲੱਗੇ ਕਿ ਸਾਨੂੰ ਇਹ ਸੁਰੱਖਿਆ ਸਿਰਫ ਇੱਕ ਮੁਫਤ ਦੇ ਵਿੱਚ ਨਹੀਂ ਮਿਲਦੀ, ਸਾਨੂੰ ਇਹਦੇ ਲਈ ਕੁਝ ਪੇ ਕਰਨਾ ਪੈਂਦਾ ਹੈ। ਤੇ ਅਗਰ ਉਹ ਪਿਆ ਜਾਵੇ ਤਾਂ ਫਿਰ ਆਪਣੇ ਆਪ ਹੀ ਸੁਰੱਖਿਆ ਦੀ ਮੰਗ ਕਰਨ ਦੇ ਬਹੁਤ ਸਾਰੇ ਜਿਹੜੇ ਹੈ ਲੋਕਾਂ ਦੇ ਘਟ ਜਾਣਗੇ ਰੁਝਾਨ। ਤੇ ਇਸ ਗੱਲ ਦੇ ਵਿੱਚ ਇਹ ਹੋਏਗਾ ਕਿ ਉਹੀ ਪੁਲਿਸ ਜਿਹੜੀ ਹੈ ਲੋਕਾਂ ਦੇ ਕੰਮ ਕਰਨ ਦੇ ਲਈ ਆਪਣਾ ਸਮਾਂ ਦੇ ਸਕੇਗੀ, ਕਿਉਂਕਿ ਹੋਰ ਵੀ ਬਹੁਤ ਸਾਰੇ ਸਮੱਸਿਆਵਾਂ ਜਿਹੜੀਆਂ ਪਈਆਂ ਨੇ, ਜਿਹੜੇ ਪੁਲਿਸ ਦੇ ਕੰਮ ਇਹਨਾਂ ਕਾਰਨਾਂ ਕਰਕੇ ਪੈਂਡਿੰਗ ਹੋ ਜਾਂਦੇ ਨੇ ਤੇ ਉਹ ਕੰਮ ਜਿਹੜੇ ਆ ਸਮੇਂ ਸਿਰ ਹੋ ਸਕਣਗੇ ਤੇ ਉਸ ਦੇ ਵਿੱਚ ਸਰਕਾਰ ਦੀ ਵੀ ਔਰ ਪੁਲਿਸ ਪ੍ਰਸ਼ਾਸਨ ਦੀ ਵੀ ਸਿਰਦਰਦੀ ਘਟੇਗੀ। ਵੈਸੇ ਵੀ ਜਿਹੜਾ ਇਹ ਮੁੱਦਾ ਹੈ ਜੀ, ਇਹ ਮੈਨੂੰ ਲੱਗਦਾ ਇਹਦੇ ਤੇ ਵਿਚਾਰ ਚਰਚਾ ਕਰਨੀ ਬਣਦੀ ਹੈ ਤੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਬੇਨਤੀ ਕਰ ਦਈਏ ਕਿ ਤੁਸੀਂ ਵੀ ਆਪਣੇ ਕਮੈਂਟ ਰਾਹੀਂ ਆਪਣੀ ਰਾਏ ਦੇ ਸਕਦੇ ਹੋ ਤਾਂ ਕਿ ਇਹ ਗੱਲਬਾਤ ਅੱਗੇ ਵਧੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ। ਇੱਥੇ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।